ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 1 ਨਵੰਬਰ ਹੈ, ਦਿਨ ਮੰਗਲਵਾਰ ਹੈ। ਨਾਨਕਸ਼ਾਹੀ ਸੰਮਤ 554 ਦੇ ਮੁਤਾਬਿਕ ਅੱਜ 16 ਕੱਤਕ ਹੈ। ਸਾਲ 1966 ਦਾ 1 ਨਵੰਬਰ ਉਹ ਦਿਨ ਸੀ ਜਦੋਂ ਪੰਜਾਬ ਦੇ ਹੋਰ ਟੋਟੇ ਕਰ ਦਿੱਤੇ ਗਏ ਸੀ। 1 ਨਵੰਬਰ 1966 ਨੂੰ ਪੰਜਾਬੀ ਸੂਬਾ ਦਿਵਸ ਹਾਲਾਂਕਿ ਮਨਾਇਆ ਜਾਂਦਾ ਹੈ, ਪਰ ਇਹ ਦਿਨ ਪੰਜਾਬ ਦੇ 2 ਹੋਰ ਟੋਟੇ ਕਰਨ ਦੇ ਨਾਲ ਜੁੜਿਆ ਹੋਇਆ ਹੈ। ਇਸ ਦਿਨ ਪੰਜਾਬ ਦੇ ਵਿੱਚੋਂ ਹਰਿਆਣੇ ਨੂੰ ਕੱਢ ਕੇ ਇੱਕ ਨਵਾਂ ਸੂਬਾ ਬਣਾ ਦਿੱਤਾ ਗਿਆ ਸੀ। ਬੋਲੀਆਂ ਦੇ ਆਧਾਰ ਤੇ ਇਹ ਸੂਬੇ ਬਣੇ ਸਨ। 1 ਨਵੰਬਰ ਨੂੰ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਪੰਜਾਬੀ ਸੂਬਾ ਦਿਵਸ ਅਤੇ ਹਰਿਆਣਾ ਦਿਵਸ ਮਨਾਉਂਦੀਆਂ ਨੇ। ਹਰਿਆਣਾ ਦਾ ਤਾਂ ਇਸ ਦਿਨ ਜਨਮ ਹੋਇਆ ਸੀ, ਪਰ ਪੰਜਾਬ ਇਸ ਦਿਨ ਟੁੱਟ ਗਿਆ ਸੀ। ਪਰ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਆਪੋ ਆਪਣੇ ਸੂਬਾ ਦਿਵਸ ਮਨਾਉਂਦੀਆਂ ਨੇ। ਹਰਿਆਣਾ ਸਰਕਾਰ ਨੂੰ ਤਾਂ ਇੰਨੀ ਖੁਸ਼ੀ ਹੁੰਦੀ ਹੈ ਕਿ ਇਸ ਮੌਕੇ ਵੱਡੇ ਇਸ਼ਤਿਹਾਰ ਨੇ ਜਿਹੜੇ ਅਖਬਾਰਾਂ ਦੇ ਵਿੱਚ ਦਿੱਤੇ ਜਾਂਦੇ ਨੇ। ਹਰਿਆਣਾ ਸਰਕਾਰ ਦੇ ਵੱਲੋਂ ਅੱਜ ਦੇ ਦਿਨ ਅਖਬਾਰਾਂ 'ਚ ਦਿੱਤੇ ਇਸ਼ਤਿਹਾਰਾਂ ਤੇ ਲਿਖਿਆ ਹੋਇਆ ਹੈ, ਹਰਿਆਣਾ ਨਾਮ ਦਾ ਇੱਕ ਪ੍ਰਦੇਸ਼ ਹੈ ਜੋ ਧਰਤੀ ਉੱਤੇ ਸਵਰਗ ਦੇ ਬਰਾਬਰ ਹੈ। ਹਰਿਆਣਾ ਦਿਵਸ ਮੌਕੇ ਪ੍ਰਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ। ਹਾਲਾਂਕਿ ਅੱਜ ਦੇ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਵੱਡਾ ਇਸ਼ਤਿਹਾਰ ਨਹੀਂ ਦਿਖਾਈ ਦੇ ਰਿਹਾ, ਪਰ ਪੰਜਾਬ ਸਰਕਾਰ ਦੇ ਵੱਲੋਂ ਅੱਜ ਪਟਿਆਲਾ ਦੇ ਭਾਸ਼ਾ ਵਿਭਾਗ ਦੇ ਵਿੱਚ ਪੰਜਾਬੀ ਸੂਬਾ ਦਿਵਸ ਮਨਾਇਆ ਜਾਵੇਗਾ। ਸੂਬਾ ਪੱਧਰੀ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਪਹੁੰਚਣਗੇ। ਪੰਜਾਬ ਦੇ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ ਤੇ ਠੰਡ ਲਗਾਤਾਰ ਦਿਨ ਪ੍ਰਤੀ ਦਿਨ ਹੁਣ ਵੱਧਦੀ ਜਾਊਗੀ। ਇਸੇ ਕਰਕੇ ਪੰਜਾਬ ਦੇ ਸਕੂਲਾਂ ਦਾ ਸਮਾਂ ਵੀ ਅੱਜ ਤੋਂ ਬਦਲ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਖੁੱਲਣਗੇ, ਦੁਪਹਿਰੇ 3 ਵਜੇ ਛੁੱਟੀ ਕੀਤੀ ਜਾਏਗੀ। ਇਸੇ ਤਰ੍ਹਾਂ ਸੀਨੀਅਰ ਸੈਕੰਡਰੀ ਸਕੂਲ, ਮਿਡਲ ਸਕੂਲ, ਹਾਈ ਸਕੂਲ ਇਹ ਵੀ ਸਵੇਰੇ 9 ਵਜੇ ਖੁੱਲਣਗੇ ਤੇ ਦੁਪਹਿਰੇ 3:20 ਤੇ ਛੁੱਟੀ ਹੋ ਜਾਏਗੀ। ਇਹ ਹੁਕਮ ਅੱਜ ਤੋਂ ਲੈ ਕੇ 28 ਫਰਵਰੀ 2023 ਤੱਕ ਲਾਗੂ ਰਹਿਣਗੇ। ਗੁਜਰਾਤ ਦੇ ਮੋਰਬੀ ਵਿੱਚ ਵਾਪਰੇ ਹਾਦਸੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਾਦਸੇ ਵਾਲੀ ਥਾਂ ਤੇ ਪਹੁੰਚਣਗੇ। ਮ੍ਰਿਤਕਾਂ ਦੀ ਗਿਣਤੀ ਵੱਧ ਕੇ 141 ਹੋ ਗਈ ਹੈ। ਪੁਲਿਸ ਨੇ 9 ਜਣੇ ਗ੍ਰਿਫਤਾਰ ਕੀਤੇ ਨੇ। ਕਾਂਗਰਸ ਨੇ ਨਿਆਇਕ ਜਾਂਚ ਮੰਗੀ ਹੈ। ਬੀਜੇਪੀ ਦੇ ਨਾਲ ਕਾਂਗਰਸ ਨੇ ਵੀ ਗੁਜਰਾਤ ਵਿੱਚ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦੇਣ ਦਾ ਮੁੜ ਐਲਾਨ ਕੀਤਾ ਹੈ, ਦਾਅਵਾ ਕੀਤਾ ਹੈ ਤੇ ਨਾਲ ਹੀ ਸਾਰੇ ਹਮਲਾਵਰਾਂ ਤੇ ਸਾਜ਼ਿਸ਼ਕਾਰਾਂ ਦੇ ਫੜੇ ਜਾਣ ਦਾ ਵੀ ਦਾਅਵਾ ਕੀਤਾ ਹੈ। ਇਸੇ ਦਰਮਿਆਨ ਮੋਹਾਲੀ ਦੇ ਵਿੱਚ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਤੇ ਹੋਏ RPG ਹਮਲੇ ਦੇ ਵਿੱਚ ਪਿਛਲੇ ਦਿਨੀ ਫੜੇ ਗਏ ਨਾਬਾਲਿਗ ਮੁਲਜ਼ਮ ਨੂੰ ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਲੰਘੀ 26 ਅਕਤੂਬਰ ਨੂੰ ਇਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਦਿੱਲੀ ਤੋਂ ਲੈ ਕੇ ਆਈ ਸੀ। ਇਸੇ ਦਰਮਿਆਨ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ 4 ਮਹੀਨਿਆਂ ਦੇ ਵਿੱਚ 7000 ਨਸ਼ਾ ਤਸਕਰ ਕਾਬੂ ਕਰ ਲਏ ਗਏ ਨੇ, ਪਰ ਬਾਵਜੂਦ ਇਸ ਤੇ ਪੰਜਾਬ ਦੇ ਵਿੱਚ ਨਿੱਤ ਨੌਜਵਾਨਾਂ ਦੇ ਨਸ਼ੇ ਨਾਲ ਮਰਨ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਉਧਰ ਲੁਧਿਆਣਾ ਦੇ ਸਲੀਮ ਟਾਬਰੀ ਇਲਾਕੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗੱਡੀ ਭਜਾ ਕੇ ਲਿਜਾਣ ਵਾਲੇ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਨੂੰ 4 ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਨਹੀਂ ਫੜ ਸਕੀ। ਪੁਲਿਸ ਲਗਾਤਾਰ ਛਾਪੇ ਮਾਰ ਰਹੀ ਹੈ, ਪਰ ਜਿੰਦੀ ਫੇਸਬੁੱਕ ਤੇ ਲਾਈਵ ਹੋ ਕੇ ਪੁਲਿਸ ਦੀ ਕਾਰਵਾਈ ਤੇ ਹੀ ਸਵਾਲ ਚੁੱਕ ਰਿਹਾ ਹੈ। ਇਸ ਤੋਂ ਵੱਡੀ ਨਮੋਸ਼ੀ ਪੰਜਾਬ ਪੁਲਿਸ ਦੇ ਲਈ ਕੀ ਹੋ ਸਕਦੀ ਹੈ। ਗੈਂਗਸਟਰ ਜਿੰਦੀ ਫੇਸਬੁੱਕ ਤੇ ਲਾਈਵ ਹੋ ਕੇ ਆਪਣੇ ਆਪ ਨੂੰ ਬੇਕਸੂਰ ਹੋਣ ਦੀ ਸਫਾਈ ਦੇ ਰਿਹਾ ਹੈ। ਉਸਨੇ ਕਿਹਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਜਿੰਦੀ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਪੁਲਿਸ ਜਾਣਬੁੱਝ ਕੇ ਉਹਨੂੰ ਨਿਸ਼ਾਨਾ ਬਣਾ ਰਹੀ ਹੈ, ਜਦਕਿ ਉਹ ਤੇ ਉਸਦਾ ਸਾਥੀ ਜਗਰਾਓਂ ਪੁਲ ਦੇ ਹੇਠਾਂ ਪੈਟਰੋਲ ਪੰਪ ਤੋਂ ਤੇਲ ਪਵਾ ਰਹੇ ਸੀ ਤਾਂ 3 ਜਣਿਆਂ ਨੇ ਉਸ ਤੇ ਪਿਸਤੌਲ ਤਾਣ ਕੇ ਬਾਹਰ ਆਉਣ ਲਈ ਕਿਹਾ ਤਾਂ ਇਹਨਾਂ ਨੇ ਹਮਲਾਵਰ ਧਿਰ ਨੂੰ ਗੈਂਗਸਟਰ ਸਮਝ ਕੇ ਗੱਡੀਆਂ ਭਜਾ ਲਈਆਂ, ਪਰ ਪੁਲਿਸ ਨੇ ਪਿੱਛੋਂ ਗੋਲੀਆਂ ਚਲਾਈਆਂ। ਜਿੰਦੀ ਨੇ ਕਿਹਾ ਕਿ ਬਾਅਦ ਵਿੱਚ ਪੁਲਿਸ ਨੇ ਕਹਾਣੀ ਬਦਲ ਦਿੱਤੀ ਕਿ ਜਿੰਦੀ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹੈ। ਇੰਨਾ ਹੀ ਨਹੀਂ, ਜਿੰਦੀ ਨੇ ਲਾਈਵ ਦੇ ਵਿੱਚ ਪੁਲਿਸ ਦੇ ਕਈ ਹੋਰ ਕੰਮਾਂ ਦੇ ਵੀ ਖੁਲਾਸੇ ਕੀਤੇ ਨੇ। ਪੰਜਾਬ ਦੇ ਜਿਹੜੇ ਪਿੰਡ 'ਚੋਂ ਪਰਾਲੀ ਦਾ ਧੂੰਆਂ ਉੱਠੂਗਾ ਉਸ ਪਿੰਡ ਦੇ ਨੰਬਰਦਾਰ ਨੂੰ ਸਰਕਾਰ ਕਟਹਿਰੇ ਦੇ ਵਿੱਚ ਖੜਾ ਕਰੂਗੀ। ਪੰਜਾਬ ਦੀ ਸਰਕਾਰ ਨੇ ਪਰਾਲੀ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਨਵਾਂ ਫਾਰਮੂਲਾ ਕੱਢਿਆ ਹੈ। ਜਦੋਂ ਹੁਣ ਝੋਨੇ ਦੀ ਵਾਢੀ ਆਖਰੀ ਪੜਾਅ ਤੇ ਹੈ ਤਾਂ ਸਰਕਾਰ ਨੇ ਪਰਾਲੀ ਪ੍ਰਦੂਸ਼ਣ ਰੋਕਣ ਦੀ ਜ਼ਿੰਮੇਵਾਰੀ ਨੰਬਰਦਾਰਾਂ ਦੇ ਸਿਰ ਪਾ ਦਿੱਤੀ ਹੈ।
ਪੰਜਾਬ ਦੀ ਅਫਸਰਸ਼ਾਹੀ ਦੇ ਮਸ਼ਵਰੇ ਤੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਕੱਲ ਹੋਈ ਮੀਟਿੰਗ ਵਿੱਚ ਨਵੀਂ ਹਦਾਇਤ ਮੜ ਦਿੱਤੀ ਹੈ ਪੂਰੇ ਪੰਜਾਬ ਦੇ ਨੰਬਰਦਾਰਾਂ ਦੇ ਸਿਰ। ਮੁੱਖ ਸਕੱਤਰ ਨੇ ਮੀਟਿੰਗ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਦੇ ਲਈ ਨੰਬਰਦਾਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਹਦਾਇਤ ਕੀਤੀ ਹੈ। ਉਹਨਾਂ ਕਿਹਾ ਕਿ ਨੰਬਰਦਾਰ ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਵਿੱਚ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਉੱਥੋਂ ਦੇ ਨੰਬਰਦਾਰਾਂ ਦੀ ਹੀ ਜਵਾਬਦੇਹੀ ਤੈਅ ਕੀਤੀ ਜਾਵੇ। ਤੇ ਇਹ ਪਹਿਲੀ ਵਾਰੀ ਦੇਖਣ ਨੂੰ ਆ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਵੀ ਚੀਜ਼ ਸ਼ੁਰੂ ਕਰਨ ਜਾਂ ਰੋਕਣ ਦੇ ਲਈ ਸਰਪੰਚਾਂ ਨੂੰ ਛੱਡ ਕੇ ਨੰਬਰਦਾਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਰਹੀ ਹੈ। ਇਸ ਦਰਮਿਆਨ ਨੰਬਰਦਾਰਾ ਯੂਨੀਅਨ ਦੇ ਸੀਨੀਅਰ ਲੀਡਰ ਧਰਮ ਸਿੰਘ ਮਾਨ ਦਾ ਕਹਿਣਾ ਹੈ ਕਿ ਜਦੋਂ ਸਾਰਾ ਪ੍ਰਸ਼ਾਸਨ ਪਰਾਲੀ ਸਾੜਨ ਨੂੰ ਰੋਕਣ ਵਿੱਚ ਨਾਕਾਮ ਰਿਹਾ ਹੈ ਤਾਂ ਨੰਬਰਦਾਰਾਂ ਕੋਲੇ ਕਿਹੜੀ ਜਾਦੂ ਦੀ ਛੜੀ ਹੈ ਜਿਹੜਾ ਇਹਨੂੰ ਰੋਕ ਦੇਣਗੇ। ਉਹਨਾਂ ਕਿਹਾ ਕਿ ਸਰਕਾਰ ਦਾ ਇਸ ਪਿੱਛੇ ਕਿਸਾਨਾਂ ਤੇ ਨੰਬਰਦਾਰਾਂ 'ਚ ਆਪਸੀ ਟਕਰਾਅ ਕਰਾਉਣ ਦਾ ਇਰਾਦਾ ਹੋ ਸਕਦਾ ਹੈ। ਨੰਬਰਦਾਰਾ ਯੂਨੀਅਨ ਨੇ ਸਾਫ਼ ਤੌਰ ਤੇ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ। ਇਸੇ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਸੂਬੇ ਦੀ ਵਾਹਵਾ ਦਾ ਮੌਕਾ ਨਹੀਂ ਖੁੰਝਣ ਦੇ ਰਹੇ। ਖੱਟਰ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਪੰਜਾਬ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲੇ ਬਹੁਤ ਘਟ ਗਏ ਨੇ। ਪੰਜਾਬ 'ਚ ਕਹਿੰਦੇ ਇਸੇ ਮਹੀਨੇ 30 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 13,873 ਘਟਨਾਵਾਂ ਸਨ, ਜਦਕਿ ਹਰਿਆਣੇ ਦੇ ਵਿੱਚ ਇਸ ਪੂਰੇ ਸਾਲ ਦੇ ਵਿੱਚ ਸਿਰਫ 1925 ਮਾਮਲੇ ਹੀ ਸਾਹਮਣੇ ਆਏ ਨੇ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਵਿਆਪਕ ਪ੍ਰਬੰਧ ਕੀਤੇ ਨੇ। ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਤੇ ਪਰਾਲੀ ਸਾੜਨ ਤੇ FIR ਸਮੇਤ ਜੁਰਮਾਨਾ ਵੀ ਲਾਇਆ ਗਿਆ। ਡੇਰਾ ਸਿਰਸਾ ਦੇ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਨੂੰ ਤੀਜੀ ਵਾਰੀ ਪੈਰੋਲ ਦੇਣ ਤੇ ਹਰਿਆਣਾ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਐਤਕੀ ਘਿਰੀ ਪਈ ਹੈ, ਪਰ ਹਰਿਆਣੇ ਦੀ ਸਰਕਾਰ ਮੰਨਦੀ ਥੋੜ੍ਹਾ ਹੈ ਕਿ ਪੈਰੋਲ ਦੇ ਵਿੱਚ ਸਰਕਾਰ ਦਾ ਕੋਈ ਹੱਥ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫਿਰ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦਿਵਾਉਣ ਦੇ ਵਿੱਚ ਸੂਬਾ ਸਰਕਾਰ ਦਾ ਕੋਈ ਹੱਥ ਨਹੀਂ ਹੈ। ਉਹ ਅਦਾਲਤੀ ਹੁਕਮਾਂ ਤੇ ਸਜ਼ਾ ਭੁਗਤ ਰਿਹਾ ਹੈ ਤੇ ਉਸ ਨੂੰ ਜੇਲ੍ਹ ਮੈਨੂਅਲ ਦੇ ਮੁਤਾਬਿਕ ਹੀ ਪੈਰੋਲ ਦਿੱਤੀ ਗਈ ਹੈ। ਪਰ ਇੱਥੇ ਲੋਕ ਇਹ ਸਵਾਲ ਚੁੱਕਦੇ ਨੇ ਤੇ ਨਾਲ ਹੀ ਇਹ ਸਵਾਲ ਖੜੇ ਵੀ ਹੁੰਦੇ ਨੇ ਕਿ ਕੀ ਜੇਲ੍ਹ ਮੈਨੂਅਲ ਦੇ ਮੁਤਾਬਿਕ ਬਾਕੀ ਸਾਰੇ ਕੈਦੀਆਂ ਨੂੰ ਵੀ ਪੈਰੋਲ ਦਿੱਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਸਿਰਸੇ ਵਾਲੇ ਨੂੰ ਦਿੱਤੀ ਜਾ ਰਹੀ ਹੈ। ਪਰ ਖੱਟਰ ਨੇ ਕਿਹਾ ਕਿ ਪੈਰੋਲ ਤੇ ਆਉਣ ਤੋਂ ਬਾਅਦ ਵਿਅਕਤੀ ਦੇ ਵੱਲੋਂ ਕਿਹੋ ਜਿਹੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੀ ਪ੍ਰਵਾਨਗੀ ਹੁੰਦੀ ਹੈ ਉਹ ਵੀ ਜੇਲ੍ਹ ਮੈਨੂਅਲ ਦੇ ਵਿੱਚ ਹੀ ਸਪਸ਼ਟ ਕੀਤਾ ਹੁੰਦਾ ਹੈ। ਸੋ ਹਰਿਆਣਾ ਸਰਕਾਰ ਤੇ ਸਾਧ ਦੀ ਪੈਰੋਲ ਨੂੰ ਲੈ ਕੇ ਵਾਰੀ-ਵਾਰੀ ਜਿਹੜੇ ਸਵਾਲ ਉੱਠ ਰਹੇ ਨੇ ਉਹ ਤੇ ਸਰਕਾਰ ਦੀ ਪ੍ਰਤੀਕਿਰਿਆ ਵੀ ਉਹੋ ਜਿਹੀ ਹੈ, ਕੋਈ ਬਦਲੀ ਨਹੀਂ ਹੈ। ਹਰਿਆਣਾ ਸਰਕਾਰ ਦੀ ਜਿਹੜੀ ਮਨਸ਼ਾ ਹੈ ਉਸ ਤੇ ਸਾਰਿਆਂ ਨੂੰ ਲਗਾਤਾਰ ਖਦਸ਼ਾ ਹੀ ਹੈ। ਇਸੇ ਦਰਮਿਆਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ HC ਅਰੋੜਾ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਨੇ। ਉਹਨਾਂ ਨੇ ਰਾਮ ਰਹੀਮ ਦੀ ਪੈਰੋਲ ਦੇ ਖਿਲਾਫ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ HC ਅਰੋੜਾ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਈਮੇਲ ਰਾਹੀਂ ਨੋਟਿਸ ਭੇਜ ਕੇ ਰਾਮ ਰਹੀਮ ਦੀ ਪੈਰੋਲ ਖਤਮ ਕਰਨ ਦੀ ਮੰਗ ਕੀਤੀ ਸੀ। ਅਰੋੜਾ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਵਕਤ ਕਈ ਨਿਯਮਾਂ ਨੂੰ ਅਣਗੌਲਿਆਂ ਕੀਤਾ ਗਿਆ। ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ਕਾਰਨ ਪੰਜਾਬ ਤੇ ਹਰਿਆਣਾ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਹੈ। ਇਸੇ ਦਰਮਿਆਨ ਮਰਹੂਮ ਪੱਤਰਕਾਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਵੀ ਹਾਈ ਕੋਰਟ ਦੇ ਵਿੱਚ ਜਾਣ ਦਾ ਬਿਆਨ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਪੰਜਾਬ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਡਟ ਗਈ ਹੈ। ਯੂਨੀਅਨ ਦੇ ਵੱਲੋਂ ਆਉਂਦੇ 3 ਨਵੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਬੰਦੀ ਸਿੰਘਾਂ ਸਣੇ ਸਮੁੱਚੇ ਸਿਆਸੀ ਕੈਦੀਆਂ ਤੇ ਹਵਾਲਾਤੀਆਂ ਦੀ ਰਿਹਾਈ ਦੇ ਲਈ ਰੋਸ ਮੁਜ਼ਾਹਰੇ ਕੀਤੇ ਜਾਣਗੇ। ਜਥੇਬੰਦੀ ਦੇ ਲੀਡਰਾਂ ਮੁਤਾਬਿਕ 1984 ਸਿੱਖ ਕਤਲੇਆਮ ਦਾ ਹਾਲੇ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਬੰਦੀ ਸਿੰਘ ਜਾਂ ਫਿਰ ਹੋਰ ਬਹੁਤ ਸਾਰੇ ਅਜਿਹੇ ਹਵਾਲਾਤੀ ਨੇ ਜਿਨ੍ਹਾਂ ਨੂੰ ਜਾਣਬੁੱਝ ਕੇ ਕੈਦ ਕੀਤਾ ਹੋਇਆ ਉਹਨਾਂ ਦੇ ਹੱਕ ਕੁਚਲੇ ਜਾ ਰਹੇ ਨੇ। ਜਥੇਬੰਦੀ ਨੇ ਇਨਸਾਫ ਪਸੰਦ ਲੋਕਾਂ, ਕਿਸਾਨਾਂ ਤੇ ਮਜ਼ਦੂਰ ਜਥੇਬੰਦੀਆਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਲੇਖਕਾਂ ਆਦਿ ਨੂੰ 3 ਨਵੰਬਰ ਦੇ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਹੈ। ਇਸੇ ਤਰ੍ਹਾਂ ਦਲ ਖਾਲਸਾ ਦੇ ਵੱਲੋਂ ਵੀ ਸਿੱਖਾਂ ਦੀ ਯਾਦ ਵਿੱਚ 3 ਨਵੰਬਰ ਨੂੰ ਕਪੂਰਥਲਾ ਦੇ ਵਿੱਚ ਮਾਰਚ ਕੱਢਿਆ ਜਾਵੇਗਾ। ਸਿੱਖ ਕਤਲੇਆਮ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਦਲ ਖਾਲਸਾ ਜਥੇਬੰਦੀ ਦੇ ਵੱਲੋਂ ਇਹ ਮਾਰਚ ਕੱਢਿਆ ਜਾ ਰਿਹਾ ਹੈ। ਮਾਰਚ ਤੋਂ ਪਹਿਲਾਂ ਕਪੂਰਥਲਾ ਦੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਿੱਖ ਕਤਲੇਆਮ ਦੇ ਸ਼ਿਕਾਰ ਬੇਦੋਸ਼ੀ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਉਹਨਾਂ ਨਮਿਤ ਅਰਦਾਸ ਵੀ ਕੀਤੀ ਜਾਵੇਗੀ। ਦਰਅਸਲ 31 ਅਕਤੂਬਰ ਨੂੰ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ਤੇ ਸਿੱਖਾਂ ਦਾ ਕਤਲੇਆਮ ਸ਼ੁਰੂ ਹੋ ਗਿਆ ਸੀ ਅਤੇ ਲਗਾਤਾਰ 5-6 ਨਵੰਬਰ ਤੱਕ ਸਿੱਖਾਂ ਨੂੰ ਕੋਹ ਕੇ ਮਾਰਿਆ ਜਾਂਦਾ ਰਿਹਾ। ਇਹ ਸਿਰਫ ਦਿੱਲੀ ਦੇ ਵਿੱਚ ਹੀ ਨਹੀਂ ਵਾਪਰਿਆ ਸੀ ਬਲਕਿ ਕਾਨਪੁਰ ਸਮੇਤ ਹੋਰ ਕਈ ਥਾਵਾਂ ਤੇ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ। ਪੰਜਾਬ ਸਰਕਾਰ ਦੇ ਵੱਲੋਂ ਬਣਾਈ ਜਾ ਰਹੀ ਨਵੀਂ ਉਦਯੋਗਿਕ ਨੀਤੀ ਦੇ ਵਿੱਚ ਪੰਜਾਬੀਆਂ ਨੂੰ ਰੁਜ਼ਗਾਰ 'ਚ ਪਹਿਲ ਦੇਣ ਵਾਲਿਆਂ ਨੂੰ ਵਿਸ਼ੇਸ਼ ਰੁਜ਼ਗਾਰ ਸਿਰਜਣ ਸਬਸਿਡੀ ਦੇਣ ਦੀ ਮੱਦ ਸ਼ਾਮਲ ਕੀਤੀ ਗਈ ਹੈ। ਯਾਨੀ ਕਿ ਨਵੀਂ ਸਨਅਤੀ ਨੀਤੀ ਦੇ ਵਿੱਚ ਪੰਜਾਬੀਆਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਗਿਆ ਹੈ।
ਪੰਜਾਬ ਦੀ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਪੰਜਾਬ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ 2022 ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਦਰਅਸਲ ਪਿਛਲੀ ਕਾਂਗਰਸ ਸਰਕਾਰ ਦੇ ਵੱਲੋਂ 2017 ਦੇ ਵਿੱਚ ਬਣਾਈ ਗਈ ਉਦਯੋਗਿਕ ਨੀਤੀ 17 ਅਕਤੂਬਰ ਨੂੰ ਖਤਮ ਹੋ ਚੁੱਕੀ ਹੈ ਤੇ ਨਵੀਂ ਨੀਤੀ ਦੇ ਵਿੱਚ ਸਰਕਾਰ ਨੇ ਪ੍ਰਬੰਧ ਕੀਤਾ ਹੈ ਕਿ ਪੰਜਾਬ ਦੀਆਂ ਔਰਤਾਂ ਤੇ ਰਾਖਵੀਂ ਸ਼੍ਰੇਣੀ ਵਾਲਿਆਂ ਦੇ ਲਈ ਵੀ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਇਸ ਲਈ ਸਨਅਤੀ ਇਕਾਈਆਂ ਨੂੰ ਸਰਕਾਰ ਰੁਜ਼ਗਾਰ ਸਿਰਜਣ ਸਬਸਿਡੀ ਦੇਵੇਗੀ। ਨਵੀਂ ਨੀਤੀ ਦੇ ਵਿੱਚ ਸੂਬੇ 'ਚ 10 ਇਨਕਿਊਬੇਸ਼ਨ ਸੈਂਟਰਾਂ ਤੇ ਐਕਸੀਲੇਟਰਾਂ ਦੀ ਸਥਾਪਨਾ ਦੀ ਸਹੂਲਤ ਦੇ ਲਈ ਡਿਜੀਟਲ ਨਿਰਮਾਣ, ਐਗਰੋ ਤੇ ਫੂਡ ਪ੍ਰੋਸੈਸਿੰਗ ਅਤੇ ਸੂਚਨਾ ਟੈਕਨੋਲੋਜੀ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਕਰੀਬ 50 ਉਦਮੀ ਵਿਕਾਸ ਕੇਂਦਰਾਂ ਦੀ ਸਥਾਪਨਾ ਕਰਨ ਦੀ ਯੋਜਨਾ ਹੈ। ਇਸੇ ਤਰ੍ਹਾਂ ਉਦਯੋਗਿਕ ਪਾਰਕ ਵੀ ਬਣਾਏ ਜਾਣ ਦੀ ਤਜਵੀਜ਼ ਹੈ, ਜਿਨ੍ਹਾਂ ਦੇ ਲਈ ਵੱਖ-ਵੱਖ ਖਾਲੀ ਜ਼ਮੀਨਾਂ ਅਤੇ ਅਣਵਰਤੀਆਂ ਸਰਕਾਰੀ ਜ਼ਮੀਨਾਂ ਦੀ ਸ਼ਨਾਖਤ ਕੀਤੀ ਜਾਏਗੀ। ਜ਼ਮੀਨ ਐਕਵਾਇਰ ਕਰਨ ਲਈ ਲੈਂਡ ਪੂਲਿੰਗ ਸਕੀਮ ਵੀ ਇਹਦੇ ਵਿੱਚ ਸ਼ਾਮਲ ਕੀਤੀ ਗਈ ਹੈ। ਪੰਜਾਬ ਸਰਕਾਰ ਸੂਬੇ ਦੇ ਵਿੱਚੋਂ ਹੁਣ ਵਗਾਰ ਕਲਚਰ ਖਤਮ ਕਰੇਗੀ। ਦਰਅਸਲ ਸੂਬੇ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸੂਬੇ ਭਰ ਦੇ ਮਾਲ ਅਫਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਪੰਜਾਬ 'ਚ ਕਿਸੇ ਵੀ ਤਰ੍ਹਾਂ ਦਾ ਵਗਾਰ ਕਲਚਰ ਹੁਣ ਨਹੀਂ ਚੱਲੇਗਾ। ਜਿੰਪਾ ਨੇ ਕਿਹਾ ਕਿ ਜੇ ਕੋਈ ਵੀ ਅਧਿਕਾਰੀ ਵਗਾਰ ਕਲਚਰ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਵਗਾਰ ਕਲਚਰ ਹੁੰਦਾ ਕੀ ਹੈ। ਦਰਅਸਲ ਪੰਜਾਬ ਦੇ ਵਿੱਚ VIPs ਦੀ ਆਮਦ ਮੌਕੇ ਪ੍ਰਾਹੁਣਾਚਾਰੀ ਦੀ ਸਾਰੀ ਜ਼ਿੰਮੇਵਾਰੀ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਸਿਰ ਤੇ ਪੈਂਦੀ ਹੈ। ਅੱਗਿਓਂ ਮਾਲ ਅਧਿਕਾਰੀ ਇਸ ਖਰਚੇ ਦੀ ਪੂਰਤੀ ਹੇਠਲੇ ਮੁਲਾਜ਼ਮਾਂ ਨੂੰ ਵਗਾਰਾਂ ਪਾ ਦਿੰਦੇ ਨੇ। ਇੱਥੋਂ ਤੱਕ ਕਿ ਕਈ ਸਰਕਾਰੀ ਸਮਾਗਮਾਂ ਮੌਕੇ ਵੀ ਵਗਾਰ ਨਾਲ ਹੀ ਕੰਮ ਚਲਾਇਆ ਜਾਂਦਾ ਹੈ, ਪਰ ਹੁਣ ਇਹ ਨਹੀਂ ਚੱਲੇਗਾ। ਮਾਲ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਹੈ ਤੇ ਇਸੇ ਤਹਿਤ ਵਗਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਉਹਨਾਂ ਨੇ ਖੁਦ ਸਰਕਟ ਹਾਊਸ ਦੇ ਵਿੱਚ ਰੁਕਣ ਦੀ ਸ਼ੁਰੂਆਤ ਕਰ ਦਿੱਤੀ ਹੈ। ਕਈ ਵਾਰੀ ਜ਼ਿਲ੍ਹਾ ਪੱਧਰ ਤੇ ਮਾਲ ਅਫਸਰਾਂ ਨੂੰ ਵਗਾਰ ਪਾਈ ਜਾਂਦੀ ਹੈ, ਪਰ ਹੁਣ ਉਹ ਅਜਿਹਾ ਕੋਈ ਵੀ ਵਰਤਾਰਾ ਸਹਿਣ ਨਹੀਂ ਕਰਨਗੇ। ਜਿੰਪਾ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਚੰਗੇ ਅਕਸ ਵਾਲੇ ਮਾਲ ਅਫਸਰਾਂ ਨੂੰ ਮੂਹਰੇ ਲਿਆਂਦਾ ਜਾਵੇ। ਸੂਬੇ ਦੇ ਵਿੱਚ ਇਸ ਵਕਤ ਕਰੀਬ 1000 ਤੋਂ ਵੱਧ ਪਟਵਾਰੀਆਂ ਦੀ ਵੀ ਕਮੀ ਹੈ, ਇਹ ਉਹਨਾਂ ਨੇ ਮੰਨਿਆ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਛੇਤੀ ਹੀ ਨਵੇਂ ਪਟਵਾਰੀਆਂ ਦੀ ਭਰਤੀ ਹੋਣ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵਿੱਤ ਮਹਿਕਮੇ ਨੇ ਕੱਲ ਹੀ ਪਟਵਾਰੀਆਂ ਦੀਆਂ 710 ਅਸਾਮੀਆਂ ਦੇ ਲਈ ਪ੍ਰਵਾਨਗੀ ਦੇ ਦਿੱਤੀ ਹੈ ਤੇ ਨਾਲ ਹੀ ਜਿੰਪਾ ਨੇ ਦਾਅਵਾ ਕੀਤਾ ਕਿ ਲੰਘੇ 7 ਮਹੀਨਿਆਂ ਵਿੱਚ ਮਾਲ ਵਿਭਾਗ ਦੀ ਆਮਦਨੀ ਵਿੱਚ ਲਗਭਗ 25% ਵਾਧਾ ਹੋਇਆ ਹੈ। ਮਾਲ ਮੰਤਰੀ ਨੇ ਦੱਸਿਆ ਕਿ ਜਿਵੇਂ ਸਟਾਂਪ ਸ਼ੁਰੂ ਕੀਤਾ ਗਿਆ, ਉਸੇ ਤਰ੍ਹਾਂ ਜਲਦੀ ਹੀ 500 ਰੁਪਏ ਤੱਕ ਦਾ ਸਟਾਂਪ ਆਮ ਲੋਕਾਂ ਨੂੰ ਆਨਲਾਈਨ ਪ੍ਰਾਪਤ ਹੋ ਸਕੇਗਾ। ਲੋਕਾਂ ਨੂੰ ਇਹਦੇ ਲਈ ਦਫ਼ਤਰਾਂ ਕਚਹਿਰੀਆਂ ਦੇ ਵਿੱਚ ਧੱਕੇ ਨਹੀਂ ਖਾਣੇ ਪੈਣਗੇ, ਲਾਈਨਾਂ ਦੇ ਵਿੱਚ ਨਹੀਂ ਲੱਗਣਾ ਪਵੇਗਾ, ਬਲਕਿ ਕੋਈ ਵੀ ਵਿਅਕਤੀ ਆਨਲਾਈਨ ਅਦਾਇਗੀ ਕਰਕੇ ਮਹਿਕਮੇ ਦੇ ਪੋਰਟਲ ਤੋਂ ਸਟਾਂਪ ਹਾਸਲ ਕਰ ਸਕੇਗਾ। ਜਿੰਪਾ ਨੇ ਦੱਸਿਆ ਕਿ ਸਾਡੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਏ ਨੇ। ਤਹਿਸੀਲਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਠੱਲ ਪਈ ਹੈ। ਉਹਨਾਂ ਦਾਅਵਾ ਕੀਤਾ ਕਿ ਸੂਬੇ ਦੀਆਂ ਤਹਿਸੀਲਾਂ ਵਿੱਚ 65% ਤੱਕ ਭ੍ਰਿਸ਼ਟਾਚਾਰ ਖਤਮ ਹੋ ਚੁੱਕਿਆ ਹੈ ਤੇ ਬਾਕੀ 35% ਦਾ ਸਫਾਇਆ ਹੋਣਾ ਹਾਲੇ ਬਾਕੀ ਹੈ। ਤੇ ਸਰਕਾਰ ਦੇ ਇਹਨਾਂ ਦਾਅਵਿਆਂ ਦਰਮਿਆਨ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਜਿਹੜੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਪਹੁੰਚੇ ਹੋਏ ਸਨ, ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ। ਉਹਨਾਂ ਨੇ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਅਸਫਲ ਕਰਾਰ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਸਿਹਤ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਹੈ, ਜਦਕਿ ਪੰਜਾਬ ਦੇ ਤਤਕਾਲੀ ਸਿਹਤ ਮੰਤਰੀ ਨੂੰ ਵੀ ਵਿਜੀਲੈਂਸ ਨੇ ਹੀ ਗ੍ਰਿਫਤਾਰ ਕੀਤਾ ਸੀ। ਕਹਿੰਦੇ ਆਪ ਸਰਕਾਰ ਦੇ ਕਈ ਹੋਰ ਕੈਬਨਿਟ ਮੰਤਰੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਸ਼ਰਾਬ ਘੁਟਾਲੇ ਦੇ ਵਿੱਚ ਸ਼ਾਮਲ ਨੇ। ਅਨੁਰਾਗ ਠਾਕੁਰ ਨੇ ਦਾਅਵਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਿਮਾਚਲ ਅਤੇ ਗੁਜਰਾਤ ਸੂਬਿਆਂ ਦੇ ਵਿੱਚ BJP ਹੀ ਸੱਤਾ ਤੇ ਕਾਬਜ਼ ਹੋਵੇਗੀ। ਰੂਪਨਗਰ ਤੋਂ ਖਬਰ ਹੈ, ਜਿੱਥੇ ਲੋਕ ਨਿਰਮਾਣ ਤੇ ਊਰਜਾ ਮੰਤਰੀ ਹਰਭਜਨ ਸਿੰਘ ETO ਨੇ ਕੱਲ ਸਥਾਨਕ ਲੋਕ ਨਿਰਮਾਣ ਦਫ਼ਤਰ ਦਾ ਅਚਨਚੇਤ ਦੌਰਾ ਕੀਤਾ ਤੇ ਦੇਰੀ ਨਾਲ ਆਉਣ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੰਗੀ ਤਾੜਨਾ ਕੀਤੀ। ਕੈਬਨਿਟ ਮੰਤਰੀ ਸਵੇਰੇ 9 ਵਜੇ ਹੀ ਲੋਕ ਨਿਰਮਾਣ ਦਫ਼ਤਰ ਪਹੁੰਚ ਗਏ ਸਨ, ਪਰ ਇਸ ਦਰਮਿਆਨ ਬਹੁਤ ਸਾਰੇ ਮੁਲਾਜ਼ਮ ਤੇ ਅਧਿਕਾਰੀ ਨਹੀਂ ਪਹੁੰਚੇ ਸਨ। ਤਾਂ ਕੈਬਨਿਟ ਮੰਤਰੀ ਨੇ ਤਾੜਨਾ ਕਰਨ ਦੇ ਨਾਲ ਚੇਤਾਵਨੀ ਦਿੱਤੀ ਕਿ ਗੈਰ ਜ਼ਿੰਮੇਦਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਾਲ ਜੁੜੀ ਇੱਕ ਹੋਰ ਜ਼ਰੂਰੀ ਖਬਰ ਹੈ। CBSE ਵੱਲੋਂ ਲਏ ਜਾਂਦੇ ਕੇਂਦਰੀ ਅਧਿਆਪਕ ਯੋਗਤਾ ਟੈਸਟ ਯਾਨੀ ਕਿ CTET ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਪ੍ਰੀਖਿਆ ਦੇ ਲਈ ਬਿਨੈ ਕਰਨ ਦੀ ਆਖਰੀ ਤਰੀਕ 24 ਨਵੰਬਰ ਹੈ। 25 ਨਵੰਬਰ ਤੱਕ ਫੀਸ ਭਰੀ ਜਾ ਸਕਦੀ ਹੈ। ਬੋਰਡ ਵੱਲੋਂ CTET ਦੀਆਂ ਪ੍ਰੀਖਿਆਵਾਂ ਦਸੰਬਰ ਤੋਂ ਜਨਵਰੀ ਵਿਚਾਲੇ ਕਰਵਾਈਆਂ ਜਾਣਗੀਆਂ। ਪ੍ਰੀਖਿਆ ਆਨਲਾਈਨ ਹੋਵੇਗੀ ਅਤੇ ਦੇਸ਼ ਭਰ ਦੇ ਵਿੱਚ 20 ਭਾਸ਼ਾਵਾਂ ਦੇ ਵਿੱਚ ਕਰਵਾਈ ਜਾਵੇਗੀ। CBSE ਦੀ ਵੈਬਸਾਈਟ ctetnic.in ਤੇ ਸਾਰੀ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ, ctet.nic.in।
ਉਮੀਦਵਾਰਾਂ ਨੂੰ ਇੱਕ ਪੇਪਰ ਲਈ 1000 ਰੁਪਏ ਜਦਕਿ 2 ਪੇਪਰ ਦੇਣ ਵਾਲਿਆਂ ਨੂੰ 1200 ਰੁਪਏ ਫੀਸ ਭਰਨੀ ਪਵੇਗੀ। SC ਤੇ ST ਵਰਗ ਦੇ ਉਮੀਦਵਾਰਾਂ ਨੂੰ ਇੱਕ ਪੇਪਰ ਦੇ 500, 2 ਪੇਪਰਾਂ ਦੇ 600 ਦੇਣੇ ਪੈਣਗੇ। ਇਸੇ ਤਰ੍ਹਾਂ CBSE ਨੇ ਸਾਰੇ ਸਕੂਲਾਂ ਤੋਂ ਅਗਲੇ ਸਾਲ 10ਵੀਂ ਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸੂਚੀ ਵੀ ਹਾਸਲ ਕਰ ਲਈ ਹੈ। CBSE ਦੇ ਅਧਿਕਾਰੀ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਅਗਲੇ ਸਾਲ ਫਰਵਰੀ ਮਹੀਨੇ 'ਚ ਕਰਵਾਈਆਂ ਜਾਣਗੀਆਂ, ਜਿਸ ਦੀ ਡੇਟ ਸ਼ੀਟ ਨਵੰਬਰ ਦੇ ਪਹਿਲੇ ਹਫ਼ਤੇ ਯਾਨੀ ਕਿ ਇਸ ਮਹੀਨੇ ਦੇ ਪਹਿਲੇ ਹਫ਼ਤੇ ਕਿਸੇ ਵੀ ਦਿਨ ਜਾਰੀ ਹੋ ਸਕਦੀ ਹੈ। ਸੁਪਰੀਮ ਕੋਰਟ ਨੇ ਜਬਰ ਜਨਾਹ ਪੀੜਤ ਮਹਿਲਾਵਾਂ ਦੇ 2 ਫਿੰਗਰ ਵਾਲੇ ਟੈਸਟ ਦੀ ਅਢੁਕਵੀਂ ਪ੍ਰਥਾ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਹਦੇ ਨਾਲ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਮਹਿਲਾਵਾਂ ਮੁੜ ਤੋਂ ਪੀੜਤ ਹੁੰਦੀਆਂ ਨੇ, ਜੋ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਹੈ। ਉਹਨਾਂ ਨੇ ਕਿਹਾ ਕਿ ਇਹ ਵਿਵਾਦਿਤ ਟੈਸਟ ਮਹਿਲਾਵਾਂ ਦੇ ਲਈ, ਔਰਤਾਂ ਦੇ ਲਈ ਬਹੁਤ ਹੀ ਅਪਮਾਨਜਨਕ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਆਪਣਾ ਪਿਤਾ ਪੁਰਖੀ ਅਤੇ ਲਿੰਗ ਦੇ ਆਧਾਰ ਤੇ ਵਿਤਕਰਾ ਕਰਨ ਦੇ ਬਰਾਬਰ ਹੈ ਅਤੇ ਕਿਸੇ ਮਹਿਲਾ ਦੇ ਨਾਲ ਜਬਰ ਜਨਾਹ ਹੋਣ ਦੀ ਗੱਲ ਤੇ ਸਿਰਫ ਇਸ ਲਈ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਹੈ। ਬੈਂਚ ਨੇ ਝਾਰਖੰਡ ਸਰਕਾਰ ਦੀ ਪਟੀਸ਼ਨ ਤੇ ਜਬਰ ਜਨਾਹ ਪੀੜਤਾ ਅਤੇ ਕਤਲ ਦੀ ਘਟਨਾ ਦੇ ਦੋਸ਼ੀ ਸ਼ੈਲੇਂਦਰ ਕੁਮਾਰ ਰਾਏ ਉਰਫ ਪਾਂਡਵ ਰਾਏ ਨਾਮ ਦੇ ਵਿਅਕਤੀ ਨੂੰ ਬਰੀ ਕਰਨ ਦੇ ਝਾਰਖੰਡ ਹਾਈ ਕੋਰਟ ਦੇ ਫੈਸਲੇ ਨੂੰ ਬਦਲ ਦਿੱਤਾ ਹੈ ਅਤੇ ਉਸ ਨੂੰ ਦੋਸ਼ੀ ਕਰਾਰ ਦੇਣ ਦੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਸੁਪਰੀਮ ਕੋਰਟ ਨੇ ਸਖਤੀ ਨਾਲ ਕਿਹਾ ਹੈ ਕਿ ਹੁਣ ਤੋਂ ਜਬਰ ਜਨਾਹ ਪੀੜਤਾਂ ਦਾ ਅਜਿਹਾ ਕੋਈ ਟੈਸਟ ਨਹੀਂ ਹੋਵੇਗਾ। ਸੂਬਿਆਂ ਦੇ DCPs ਅਤੇ ਸਿਹਤ ਸਕੱਤਰਾਂ ਨੂੰ ਵੀ ਸੁਪਰੀਮ ਕੋਰਟ ਨੇ ਨਿਰਦੇਸ਼ ਦੇ ਦਿੱਤੇ ਨੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਬੈਂਚ ਨੇ ਮੈਡੀਕਲ ਪਾਠਕ੍ਰਮ ਦੇ ਵਿੱਚ ਵੀ ਇਹ ਵਿਸ਼ਾ ਪੜ੍ਹਾਏ ਜਾਣ ਦੀ ਹਦਾਇਤ ਕੀਤੀ ਹੈ। ਉਧਰ ਦਿੱਲੀ ਦੇ ਵਿੱਚ ਨਿਊਜ਼ ਪੋਰਟਲ ਦਾ ਵਾਇਰ ਦੇ ਸੰਪਾਦਕਾਂ ਦੇ ਘਰਾਂ ਤੇ ਛਾਪੇ ਮਾਰੇ ਗਏ ਨੇ। ਬੀਜੇਪੀ ਦੇ IT ਸੈੱਲ ਮੁਖੀ ਅਮਿਤ ਮਾਲਵੀਆ ਦੇ ਵੱਲੋਂ ਦਰਜ ਕਰਵਾਈ FIR ਦੇ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ ਛਾਪੇ ਮਾਰੇ ਨੇ। ਮਾਲਵੀਆ ਨੇ ਪੋਰਟਲ ਤੇ ਉਹਨਾਂ ਬਾਰੇ ਮਨਘੜਤ ਰਿਪੋਰਟ ਚਲਾਉਣ ਦਾ ਦੋਸ਼ ਲਾਇਆ ਸੀ। ਪੁਲਿਸ ਨੇ MK ਵੇਨੂ, ਜਾਨਵੀ ਸੇਨ ਤੇ ਸਿਧਾਰਥ ਵਰਦਰਾਜਨ ਦੇ ਘਰਾਂ ਦੀ ਤਲਾਸ਼ੀ ਲਈ ਅਤੇ ਕਈ ਇਲੈਕਟ੍ਰੋਨਿਕ ਉਪਕਰਨ ਜ਼ਬਤ ਕਰ ਲਏ ਨੇ। ਸੂਤਰਾਂ ਮੁਤਾਬਿਕ ਸਾਰੇ ਮੁਲਜ਼ਮਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਛੇਤੀ ਸੰਮਨ ਭੇਜੇ ਜਾਣਗੇ। ਅਮਿਤ ਮਾਲਵੀਆ ਨੇ ਕਿਹਾ ਸੀ ਕਿ ਪੋਰਟਲ ਨੇ ਧੋਖੇ ਨਾਲ ਗਲਤ ਦਸਤਾਵੇਜ਼ਾਂ ਦੇ ਸਹਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਨਾਲ ਉਹਨਾਂ ਦੀ ਸਾਖ ਨੂੰ ਸੱਟ ਵੱਜੀ ਹੈ। ਦਰਅਸਲ ਦਵਾਇਰ ਨੇ ਰਿਪੋਰਟਾਂ ਦੇ ਵਿੱਚ ਦੋਸ਼ ਲਾਇਆ ਸੀ ਕਿ ਮਾਲਵੀਆ ਨੂੰ WhatsApp ਅਤੇ Facebook ਦੀ ਮਾਲਕ ਕੰਪਨੀ ਮੈਟਾ ਖਾਸ ਅਧਿਕਾਰ ਦਿੰਦੀ ਹੈ, ਜਿਸ ਤਹਿਤ ਉਹ ਕਈ ਪੋਸਟਾਂ ਪਲੇਟਫਾਰਮ ਤੋਂ ਹਟਾ ਸਕਦੇ ਨੇ। ਬ੍ਰਾਜ਼ੀਲ ਦੀ ਸਿਆਸਤ ਦੇ ਵਿੱਚ ਵੱਡਾ ਬਦਲਾਅ ਆਇਆ ਹੈ। ਲੁਇਸ ਇਨਾਸੀਓ ਲੂਲਾ ਡਾ ਸਿਲਵਾ ਬ੍ਰਾਜ਼ੀਲ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਨੇ, ਜਿਹੜੇ ਕਿ ਖੱਬੇ ਪੱਖੀ ਲੀਡਰ ਨੇ। ਸਿਲਵਾ ਨੇ 1ਵੇਂ ਮੁਕਾਬਲੇ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਹਰਾ ਦਿੱਤਾ ਹੈ। ਹਾਲਾਂਕਿ ਡਾਕਟਰ ਸਿਲਵਾ ਦੂਸਰੀ ਵਾਰੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣਨਗੇ। ਲੂਲਾ ਦੀ ਜਿੱਤ ਦੇ ਨਾਲ 4 ਸਾਲ ਚੱਲੀ ਕੱਟੜ ਸੱਜੇ ਪੱਖੀ ਸਿਆਸਤ ਦਾ ਬ੍ਰਾਜ਼ੀਲ ਦੇ ਵਿੱਚ ਅੰਤ ਹੋ ਗਿਆ। ਸਿਲਵਾ ਨੇ ਚੋਣ ਨਤੀਜਿਆਂ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੀ ਖਾਸ ਬੁਲੇਟਿਨ ਦੇ ਵਿੱਚ ਕੁਝ ਹੋਰ ਖਬਰਾਂ ਵਿਸਥਾਰ ਨਾਲ ਦੱਸਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਨਿਆਂ ਯਕੀਨੀ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਮੁੱਖ ਮੰਤਰੀ ਪਠਾਨਕੋਟ ਪਹੁੰਚੇ ਹੋਏ ਸਨ। ਉੱਥੇ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵੱਲੋਂ ਨਿਆਂ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀਗੀ। ਨਿਯਮਤ ਆਧਾਰ ਤੇ ਕਿਸੇ ਨਾ ਕਿਸੇ ਨੂੰ ਗ੍ਰਿਫਤਾਰ ਹੀ ਕੀਤਾ ਜਾ ਰਿਹਾ ਹੈ। ਜਿੱਥੋਂ ਕਿਤੇ ਵੀ ਸਾਨੂੰ ਕੋਈ ਸੁਰਾਗ ਮਿਲਦਾ ਹੈ, ਅਸੀਂ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਕਰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੇ ਸ਼ੁਭਦੀਪ ਸਿੰਘ ਤੇ ਹਮਲਾ ਕਰਨ ਤੇ ਕਤਲ ਦੀ ਯੋਜਨਾ ਘੜਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਕੇਸ ਵਿੱਚ ਚਾਰਜ ਸ਼ੀਟ ਵੀ ਦਾਖਲ ਕੀਤੀ ਜਾ ਚੁੱਕੀ ਹੈ ਅਤੇ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਕੈਨੇਡਾ ਬੈਠੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਹੈ ਤਾਂ ਕਿ ਉਹਨਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜਾ ਕੀਤਾ ਜਾ ਸਕੇ। ਅਸੀਂ ਬਹੁਤ ਸੰਗੀਨ ਮਾਮਲਾ ਇਹ, ਅਸੀਂ ਜਿੰਨੇ ਵੀ ਉੱਥੇ ਹਮਲਾ ਕਰਨ ਗਏ ਸੀ ਜਾਂ ਉਹਨਾਂ ਦੇ ਜਿਹੜੇ ਨਾਲ ਕਨੈਕਟਡ ਜਾਂ ਉਹਨਾਂ ਦੇ ਜਿਹੜੇ ਪਿੱਛੇ ਪਲੈਨਿੰਗ ਬਣਾਉਣ ਵਾਲੇ ਸੀ, ਉਹ ਸਾਰੇ ਅਸੀਂ ਫੜ ਲਏ ਨੇ। ਚਲਾਨ ਵੀ ਪੇਸ਼ ਕਰਤਾ ਹੈ ਤੇ 1-2 ਕੈਨੇਡਾ 'ਚ ਨੇ। ਅਸੀਂ ਭਾਰਤ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਵੀ ਬੁਲਾਇਆ ਜਾਵੇ। ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈਗੀ ਕਿ ਅਸੀਂ ਕਿਸੇ ਪੱਖ ਤੋਂ ਇਨਸਾਫ ਦੇਣ ਦੇ ਵਿੱਚ ਅਸੀਂ ਕੋਈ ਦੇਰੀ ਕਰ ਰਹੇ ਹੋਈਏ। ਹਰ ਰੋਜ਼ ਕੋਈ ਨਾ ਕੋਈ ਗ੍ਰਿਫਤਾਰੀ ਹੋ ਰਹੀ ਹੈ। ਕਿਤੋਂ ਵੀ ਸਾਨੂੰ ਕੋਈ ਕਲੂ ਮਿਲਦਾ ਹੈ, ਅਸੀਂ ਉਹਨੂੰ ਗ੍ਰਿਫਤਾਰ ਕਰਦੇ ਹਾਂ ਤੇ ਜਲਦੀ ਜਿਹੜਾ ਮਾਮਲਾ ਜਿਹੜਾ
ਉਹ ਹੱਲ ਹੋ ਜਾਊਗਾ। ਦਰਅਸਲ ਮਰਹੂਮ ਗਾਇਕ ਸ਼ੁਭਦੀਪ ਸਿੰਘ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਕੇਸ ਦੇ ਵਿੱਚ ਦਰਜ ਐਫਆਈਆਰ ਵਾਪਸ ਲੈਣ ਦੀ ਧਮਕੀ ਦਿੱਤੀ ਸੀ। ਬਲਕੌਰ ਸਿੰਘ ਨੇ ਕਿਹਾ ਕਿ ਜੇ ਉਹਨਾਂ ਦੇ ਮਰਹੂਮ ਪੁੱਤ ਦਾ ਨਾਮ ਗੈਂਗਸਟਰਾਂ ਦੇ ਨਾਲ ਜੋੜਿਆ ਗਿਆ ਤਾਂ ਉਹ ਐਫਆਈਆਰ ਵਾਪਸ ਲੈ ਲੈਣਗੇ। ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਵੀ ਅਲਟੀਮੇਟਮ ਦਿੱਤਾ ਸੀ ਕਿ 1 ਮਹੀਨੇ ਦੇ ਵਿੱਚ ਯਾਨੀ ਕਿ 25 ਨਵੰਬਰ ਤੱਕ ਜੇ ਇਨਸਾਫ ਨਾ ਮਿਲਿਆ ਤਾਂ ਉਹ ਮੁਲਕ ਛੱਡ ਕੇ ਚਲੇ ਜਾਣਗੇ। ਮੂਸੇਵਾਲੇ ਦੇ ਪਿਤਾ ਨੇ ਇਹ ਵੀ ਇਲਜ਼ਾਮ ਲਾਇਆ ਕਿ ਪ੍ਰਿਤਪਾਲ ਸਿੰਘ ਜਿਹੜਾ ਕਿ ਮਾਨਸਾ ਦੇ ਸੀਆਈਏ ਦਾ ਸਾਬਕਾ ਇੰਚਾਰਜ ਜਿਹੜਾ ਕਿ ਹੁਣ ਸਸਪੈਂਡ ਕੀਤਾ ਜਾ ਰਿਹਾ ਹੈ, ਜੇਲ੍ਹ ਦੇ ਵਿੱਚ ਹੈ, ਉਸਨੇ ਪੈਸੇ ਲੈ ਕੇ ਅਪਰਾਧੀ ਛੱਡੇ। ਇਹ ਬਿਆਨ ਤਾਂ ਦਿੱਤਾ ਗਿਆ ਕਿਉਂਕਿ ਐਤਵਾਰ ਨੂੰ ਹੀ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਚੰਡੀਗੜ੍ਹ ਪੁਲਿਸ ਦੇ ਵੱਲੋਂ ਤੇ ਉਹਦੇ ਕੋਲੋਂ ਜੋ ਉਹਦੇ ਫੋਨ 'ਚੋਂ ਵੀਡੀਓਜ਼ ਮਿਲੀਆਂ ਸਨ ਉਹਦੇ ਵਿੱਚੋਂ ਕਈ ਖੁਲਾਸੇ ਹੋਏ ਨੇ। ਪ੍ਰੈਸ ਦੇ ਮਾਧਿਅਮ ਦੇ ਨਾਲ ਅਗਰ ਤੁਸੀਂ ਗੈਂਗਸਟਰ ਦਾ ਹਿੱਸਾ ਮੇਰੇ ਪੁੱਤ ਨੂੰ ਬਣਾਉਂਦੇ ਹੋ, ਮੈਂ 25 ਤਰੀਕ ਨੂੰ ਆਪਣੀ ਐਫਆਈਆਰ ਚੈੱਕ ਕਰੂੰਗਾ, ਤੁਹਾਡਾ ਕੰਮ ਬਿਲਕੁਲ ਸੌਖਾ ਕਰ ਦੂੰਗਾ। ਮੈਂ ਵਾਅਦਾ ਕਰਦਾ ਮੈਂ 1 ਮਹੀਨਾ ਤੁਹਾਡੇ ਮੂੰਹ ਵੱਲ ਵੇਖੂੰਗਾ। ਮੈਂ ਡੀਜੀਪੀ ਸਾਹਿਬ ਤੋਂ ਟਾਈਮ ਮੰਗਿਆ ਵੀ ਮੇਰੀਆਂ ਤਕਲੀਫਾਂ ਸੁਣ ਲਓ, ਜੋ ਸਵਾਲ ਮੇਰੇ ਮਨ ਦੇ ਵਿੱਚ ਨੇ। ਉਸ ਤੋਂ ਬਾਅਦ ਜੇ ਕਹੋਗੇ ਮੈਂ ਆਪਦੇ ਬੱਚੇ ਦੀ ਐਫਆਈਆਰ ਚੈੱਕ ਕਰੂੰਗਾ, ਮੈਂ ਭਾਵੇਂ ਬੰਗਲਾਦੇਸ਼ 'ਚ ਜਾ ਕੇ ਰਵਾਂ, ਤੁਹਾਡਾ ਮੁਲਕ ਛੱਡ ਦੂੰਗਾ। ਮੈਨੂੰ ਤੁਹਾਡੇ ਮੁਲਕ ਤੋਂ ਕੋਈ ਜਸਟਿਸ ਦੀ ਉਮੀਦ ਨਹੀਂ। ਜਿਹੜੀ ਸਰਕਾਰ ਸੱਚ ਨਹੀਂ ਬੋਲ ਸਕਦੀ, ਉਹ ਏਜੰਸੀਆਂ ਸੁੱਤੀਆਂ ਪਈਆਂ ਨੇ। ਉਹਨਾਂ ਨੇ ਲਾਰੈਂਸ ਦੀ ਬੀ ਟੀਮ ਨੂੰ ਅਜੇ ਤੱਕ ਬੁਲਾਇਆ ਤੱਕ ਨਹੀਂ। ਜੱਗੂ ਜਸਟਿਸ ਸੀਆਈ ਪ੍ਰਿਤਪਾਲ ਦੀ ਕਮਾਂਡ ਦੇ ਵਿੱਚ ਯੂਐਸਏ ਨੂੰ ਫੋਨ ਕਰਦਾ ਰਿਹਾ, ਓਏ ਸਿੱਧੂ ਦਾ ਕਹਿੰਦਾ ਮੈਂ ਮਾਰਿਆ, ਕਿਤੇ ਲਾਰੈਂਸ ਤਾਂ ਨਹੀਂ ਇਹਦੀ ਹਾਈ ਪਲੀ ਜਾਂਦਾ। ਤੇ ਬਲਕੌਰ ਸਿੰਘ ਦੇ ਇਸ ਵੱਡੇ ਬਿਆਨ ਤੋਂ ਬਾਅਦ ਜਿੱਥੇ ਮੁੱਖ ਮੰਤਰੀ ਨੇ ਪ੍ਰਤੀਕਰਮ ਦਿੱਤਾ ਹੈ, ਉੱਥੇ ਹੀ ਜਿਹੜੀ ਜਾਂਚ ਕਰ ਰਹੀ ਇਸ ਕੇਸ ਦੇ ਵਿੱਚ ਜਾਂਚ ਕਰ ਰਹੀ ਸਿੱਟ ਹੈ, ਉਸ ਦੇ ਆਈਜੀ ਜਸਕਰਨ ਸਿੰਘ ਖੁਦ ਮੂਸੇਵਾਲੇ ਦੇ ਪਿਤਾ ਨੂੰ ਮਿਲਣ ਦੇ ਲਈ ਪਹੁੰਚੇ। ਮੂਸਾ ਪਿੰਡ ਦੇ ਵਿੱਚ ਉਹਨਾਂ ਦੇ ਘਰ ਗਏ, ਮੁਲਾਕਾਤ ਕੀਤੀ। ਆਈਜੀ ਨੇ ਮੂਸੇਵਾਲੇ ਦੇ ਪਿਤਾ ਦੀ ਡੀਜੀਪੀ ਦੇ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਵੀ ਦਿੱਤਾ ਕਿਉਂਕਿ ਐਤਵਾਰ ਨੂੰ ਬਲਕੌਰ ਸਿੰਘ ਨੇ ਡੀਜੀਪੀ ਗੌਰਵ ਯਾਦਵ ਦੇ ਨਾਲ ਵੀ ਮੁਲਾਕਾਤ ਲਈ ਸਮਾਂ ਮੰਗਿਆ ਸੀ ਕਿ ਉਹ ਕੁਝ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਨਾਮ ਦੱਸਣਾ ਚਾਹੁੰਦੇ ਨੇ। ਮੁਲਾਕਾਤ ਤੋਂ ਬਾਅਦ ਜਿਹੜੇ ਆਈਜੀ ਨੇ ਉਹਨਾਂ ਨੇ ਤਾਂ ਪੱਤਰਕਾਰਾਂ ਦੇ ਸਵਾਲਾਂ ਤੋਂ ਦੂਰੀ ਬਣਾਈ ਰੱਖੀ, ਕੋਈ ਵੀ ਗੱਲਬਾਤ ਨਹੀਂ ਕੀਤੀ ਪੱਤਰਕਾਰਾਂ ਦੇ ਨਾਲ, ਨਾ ਕਿਸੇ ਸਵਾਲ ਦਾ ਜਵਾਬ ਦਿੱਤਾ। ਪਰ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਮੂਸੇਵਾਲਾ ਕਤਲ ਕੇਸ ਦੇ ਵਿੱਚ ਜੋ ਹੋਣਾ ਚਾਹੀਦਾ ਸੀ ਉਹ ਅਸੀਂ ਸਿੱਟ ਦੇ ਧਿਆਨ ਵਿੱਚ ਲਿਆਂਦਾ ਹੈ। ਉਹਨਾਂ ਨੇ ਸਾਰੀਆਂ ਤਲਖੀਆਂ ਦਾ ਹੱਲ ਲੱਭਣ ਦਾ ਭਰੋਸਾ ਵੀ ਦਿੱਤਾ। ਅਸੀਂ ਫਿਰ ਕੁਝ ਵਧੀਆ ਹੋਣ ਦੀ ਉਮੀਦ ਕਰ ਸਕਦੇ ਹਾਂ। ਸਾਨੂੰ ਜੋ ਵੀ ਕੋਈ ਭਰੋਸਾ ਦੇ ਕੇ ਜਾਂਦਾ ਹੈ ਉਸ ਤੇ ਸਾਨੂੰ ਯਕੀਨ ਕਰਨਾ ਪੈਂਦਾ ਹੈ, ਹੋਰ ਅਸੀਂ ਕਰ ਵੀ ਕੀ ਸਕਦੇ ਹਾਂ। ਮੁੱਖ ਮੰਤਰੀ ਮਾਨ ਦੇ ਵੱਲੋਂ ਸਾਰੇ ਦੋਸ਼ੀਆਂ ਦੇ ਫੜੇ ਜਾਣ ਦੇ ਦਾਅਵੇ ਬਾਰੇ ਬੋਲਦਿਆਂ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਫੜਨਾ ਤਾਂ ਮਾਸਟਰਮਾਈਂਡ ਚਾਹੀਦਾ ਸੀ, ਇਹ ਸਾਰਾ ਕੁਝ ਕਰਵਾਇਆ ਕਿਸਨੇ ਹੈ। ਮੈਂ ਉਮੀਦ ਕਰਦਾ ਕਿ ਦਿੱਤੇ ਹੋਏ ਸਮੇਂ ਦੇ ਵਿੱਚ ਸਰਕਾਰ ਹੱਲ ਕੱਢੇਗੀ, ਯਾਨੀ ਕਿ ਉਹ ਆਪਣੇ 25 ਨਵੰਬਰ ਵਾਲੇ ਦੇ ਅਲਟੀਮੇਟਮ ਤੇ ਉਸੇ ਤਰ੍ਹਾਂ ਦੇ ਨਾਲ ਖੜੇ ਨੇ। ਗੱਲ ਇਹ ਸੀ ਵੀ ਆਪਾਂ ਡੀਜੀ ਸਾਹਿਬ ਨੂੰ ਮਿਲਣਾ ਹੈ, ਆਪਣਾ ਡੀਜੀਪੀ ਸਾਹਿਬ ਨੂੰ, ਉਹਦੇ ਸੰਬੰਧ 'ਚ ਸੀਗੀ। ਬਾਕੀ ਜਿੰਨੇ ਆਪਾਂ ਤਲਖੀਆਂ ਕੱਲ ਜਤਾਈਆਂ ਸੀ ਵੀ ਇਹ ਹੋਣਾ ਚਾਹੀਦਾ, ਆਪਾਂ ਉਹਨਾਂ ਧਿਆਨ 'ਚ ਲਿਆਤੀਆਂ। ਉਹਨਾਂ ਕਹਿੰਦੇ ਵੀ ਇਹਨਾਂ ਨੂੰ ਅਸੀਂ ਡਿਸਕਸ ਕਰਕੇ ਤੁਹਾਨੂੰ ਸਾਰਾ ਇਹਨਾਂ ਦਾ ਹੱਲ ਲੱਭਾਂਗੇ। ਉਮੀਦ ਤਾਂ ਇਹੀ ਕਰਦੇ ਹਾਂ ਵੀ ਇਹ 'ਤੇ ਅਮਲ ਵਧੀਆ ਹੋਊਗਾ, ਪਰ ਹੁਣ ਅੱਗੇ ਸਰਕਾਰ ਤੇ ਜਾਂ ਅਫਸਰਾਂ ਦੇ ਉੱਤੇ ਨਿਰਭਰ ਕਰਦਾ ਹੈ। ਜਿਹੜੇ ਫਿਜ਼ੀਕਲ ਅਸਾਲਟ ਵਾਲੇ ਉਹ ਤਾਂ ਫੜੇ ਗਏ। ਸਾਡੀ ਜਿਹੜੀ ਮਨਸ਼ਾ ਅੰਦਰਲੀ ਉਹ ਇਹ ਹੈ ਵੀ ਮਾਸਟਰਮਾਈਂਡ ਕਰਵਾਇਆ ਕਿੰਨਾ ਨੇ ਆ। ਸਾਡਾ ਸਵਾਲ ਉਧਰ ਨੂੰ ਜਾਂਦਾ ਹੈ, ਉਹ ਤਾਂ ਫੜੇ ਗਏ, ਉਹਨਾਂ ਲਈ ਤਾਂ ਅਸੀਂ ਖੁਦ ਵੀ ਸਹਿਮਤ ਹਾਂ ਇਸ ਗੱਲ ਲਈ। ਮੈਂ ਤਾਂ 6 ਮਹੀਨਿਆਂ ਤੋਂ ਸਹਿਮਤ ਹੋ ਜਾਂਦਾ, ਮੈਂ ਤਾਂ ਜਿਹੜਾ ਭਰੋਸਾ ਦੇ ਜਾਂਦਾ ਉਹਨਾਂ ਤੇ ਸਹਿਮਤ ਹੋਣਾ ਪੈਂਦਾ, ਹੋਰ ਆਪਾਂ ਕਰ ਵੀ ਕੀ ਸਕਦੇ ਹਾਂ। ਐਤਵਾਰ ਨੂੰ ਜਿਹੜਾ ਗੈਂਗਸਟਰ ਮੋਹਿਤ ਭਾਰਦਵਾਜ ਫੜਿਆ ਹੈ, ਚੰਡੀਗੜ੍ਹ ਪੁਲਿਸ ਦੇ ਵੱਲੋਂ ਫੜਿਆ ਗਿਆ ਹੈ, ਉਸ ਦੀ ਪੁੱਛਗਿੱਛ ਦੇ ਵਿੱਚ ਵੀ ਕਈ ਖੁਲਾਸੇ ਹੋਏ ਨੇ। ਇੱਕ ਖੁਲਾਸਾ ਤਾਂ ਇੱਕ ਦਿਨ ਪਹਿਲਾਂ ਹੀ ਹੋ ਗਿਆ ਸੀ, ਐਤਵਾਰ ਨੂੰ ਹੋ ਗਿਆ ਸੀ, ਜਦੋਂ ਉਹਦੇ ਮੋਬਾਈਲ ਦੇ ਵਿੱਚੋਂ ਵੀਡੀਓ ਮਿਲੀ ਸੀ ਤੇ ਇਸ ਵੀਡੀਓ ਨੂੰ ਲੈ ਕੇ ਇੱਕ ਹੋਰ ਖੁਲਾਸਾ ਹੋਇਆ ਹੈ। ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਜਿਹੜਾ ਮੋਹਿਤ ਹੈ ਤੇ ਜਿਹੜਾ ਪ੍ਰਿਤਪਾਲ ਸਿੰਘ ਸੀਆਈਏ ਦਾ ਜਿਹੜਾ ਸਸਪੈਂਡਡ ਇੰਚਾਰਜ ਜਿਹੜਾ ਜੇਲ੍ਹ ਦੇ ਵਿੱਚ ਹੈ, ਉਹ ਦੋਨੇ ਨੱਚ ਰਹੇ ਸੀ, ਨੱਚ ਟੱਪ ਰਹੇ ਸੀ, ਪਾਰਟੀ ਕਰ ਰਹੇ ਸੀ। ਇਹ ਵੀ ਪਤਾ ਲੱਗਿਆ ਸੀ ਕਿ ਮੋਹਿਤ ਨੇ ਇਹਨੂੰ ਸ਼ਾਪਿੰਗ ਵੀ ਕਰਵਾਈ ਸੀ, ਚੰਗੀ ਖਾਸੀ ਤਗੜੀ ਸ਼ਾਪਿੰਗ ਕਰਵਾਈ ਸੀ ਅਤੇ ਵੀਡੀਓ ਜੁਲਾਈ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਦੇ ਵਿੱਚ ਸਾਫ਼ ਹੋ ਗਿਆ ਕਿ ਟੀਨੂ ਨੂੰ ਭਜਾਉਣ ਦੀਆਂ ਤਿਆਰੀਆਂ ਜੁਲਾਈ ਤੋਂ ਹੀ ਸ਼ੁਰੂ ਹੋ ਗਈਆਂ ਸੀ। ਮੋਹਿਤ ਭਾਰਦਵਾਜ ਨੇ ਟੀਨੂ ਦੇ ਕਹਿਣ ਤੇ ਹੀ ਪ੍ਰਿਤਪਾਲ ਸਿੰਘ ਦੇ ਲਈ ਹੋਟਲ ਦੇ ਵਿੱਚ ਕੁੜੀਆਂ ਦਾ ਪ੍ਰਬੰਧ ਵੀ ਕੀਤਾ ਸੀ, ਸ਼ਾਪਿੰਗ ਵੀ ਕਰਵਾਈ ਸੀ। ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ। ਇਸੇ ਲਈ ਹੀ ਕਹਿੰਦਾ ਪ੍ਰਿਤਪਾਲ ਨੇ ਸਾਡੀ ਮਦਦ ਕੀਤੀ ਸੀ। ਇਹ ਸਾਰੇ ਖੁਲਾਸੇ ਮੋਹਿਤ ਨੇ ਖੁਦ ਕੀਤੇ ਨੇ। ਮੋਹਿਤ ਨੇ ਚੰਡੀਗੜ੍ਹ ਪੁਲਿਸ ਸਾਹਮਣੇ ਇੱਕ ਵੱਡਾ ਖੁਲਾਸਾ ਕਰਦੇ ਹੋਏ ਇਹ ਵੀ ਦੱਸਿਆ ਕਿ 10 ਦਿਨ ਪਹਿਲਾਂ ਮੁਹਾਲੀ ਪੁਲਿਸ ਦੀ ਇੱਕ ਏਜੰਸੀ ਨੂੰ ਪ੍ਰਿਤਪਾਲ ਸਿੰਘ ਅਤੇ ਟੀਨੂ ਦੀ ਦੋਸਤੀ ਦੇ ਵੀਡੀਓ ਵੀ ਮਿਲੇ ਸਨ, ਪਰ ਉਹਨਾਂ ਵੀਡੀਓਜ਼ ਨੂੰ ਮੋਬਾਈਲ ਦੀ ਗੈਲਰੀ ਚੋਂ ਡਿਲੀਟ ਕਰ ਦਿੱਤਾ ਗਿਆ ਸੀ। ਪੁਲਿਸ ਏਜੰਸੀ ਦੇ ਕਿਹੜੇ ਸ਼ਖਸ ਨੇ ਇਹ ਵੀਡੀਓਜ਼ ਡਿਲੀਟ ਕੀਤੀਆਂ, ਇਸ ਦੀ ਜਾਂਚ ਹੋ ਰਹੀ ਹੈ। ਫਿਲਹਾਲ
ਡਿਲੀਟਡ ਵੀਡੀਓ ਨੂੰ ਰਿਕਵਰ ਕਰ ਲਿਆ ਗਿਆ ਹੈ। ਸੋ ਇਹ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ। ਸੂਤਰਾਂ ਮੁਤਾਬਿਕ ਮੁਲਜ਼ਮ ਮੋਹਿਤ ਭਾਰਦਵਾਜ ਨੂੰ ਪੁੱਛਗਿੱਛ ਲਈ ਮੁਹਾਲੀ ਦੀ ਇੱਕ ਏਜੰਸੀ ਨੇ ਬੁਲਾਇਆ ਸੀ। ਪੁੱਛਗਿੱਛ ਦੌਰਾਨ ਉਹਨੇ ਸਾਰਾ ਕੁਝ ਸੱਚ ਦੱਸ ਦਿੱਤਾ ਕਿ ਟੀਨੂ ਦੇ ਕਹਿਣ ਤੇ ਹੀ ਉਸਨੇ ਪ੍ਰਿਤਪਾਲ ਨੂੰ ਆਪਣੇ ਕੋਲ ਠਹਿਰਾਇਆ ਸੀ। ਸਬੂਤ ਦੇ ਤੌਰ ਤੇ ਮੋਹਿਤ ਨੇ ਆਪ ਹੀ ਵੀਡੀਓ ਦਿਖਾਏ ਸਨ, ਪਰ ਕੋਈ ਕਾਰਵਾਈ ਕਹਿੰਦਾ ਨਹੀਂ ਕੀਤੀ ਗਈ। ਵੀਡੀਓ ਡਿਲੀਟ ਕਰ ਦਿੱਤੇ ਗਏ। ਯਾਨੀ ਕਿ ਸਾਫ਼ ਹੈ ਕਿ ਪ੍ਰਿਤਪਾਲ ਦੇ ਫੜੇ ਜਾਣ ਤੋਂ ਬਾਅਦ ਉਸ ਦੀ ਮਦਦ ਮੁਹਾਲੀ ਦੇ ਵਿੱਚ ਬੈਠੇ ਕੁਝ ਪੁਲਿਸ ਮੁਲਾਜ਼ਮ ਵੀ ਕਰ ਰਹੇ ਨੇ। ਚੰਡੀਗੜ੍ਹ ਦੇ ਵਿੱਚ ਬਾਉਂਸਰ ਵੀ ਟੀਨੂ ਦੇ ਸੰਪਰਕ ਦੇ ਵਿੱਚ ਸਨ। ਇਹ ਵੀ ਮੋਹਿਤ ਭਾਰਦਵਾਜ ਨੇ ਜਾਣਕਾਰੀ ਦਿੱਤੀ ਹੈ ਕਿ 3 ਬਾਉਂਸਰ ਨੇ ਜਿਹੜੇ ਉਹ ਸ਼ਹਿਰ ਦੇ ਵੱਖ-ਵੱਖ ਕਲੱਬਾਂ ਦੇ ਵਿੱਚ ਨੇ ਤੈਨਾਤ ਨੇ। ਉਹਨਾਂ ਦੀ ਗੈਂਗਸਟਰ ਦੀਪਕ ਟੀਨੂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਪੁਲਿਸ ਛੇਤੀ ਇਹਨਾਂ ਬਾਉਂਸਰਾਂ ਨੂੰ ਵੀ ਬੁਲਾ ਸਕਦੀ ਹੈ। ਮੋਹਿਤ ਦੇ ਕੋਲੋਂ ਇੱਕ US ਮੇਡ ਪਿਸਤੌਲ ਵੀ ਬਰਾਮਦ ਹੋਈ ਹੈ ਜੋ ਕਿ ਤਰਨਤਾਰਨ ਤੋਂ ਉਹਨੇ ਲਈ ਸੀ ਤੇ ਪੁਲਿਸ ਮੋਹਿਤ ਨੂੰ ਤਰਨਤਾਰਨ ਵੀ ਲੈ ਕੇ ਗਈ। ਦੱਸਿਆ ਜਾ ਰਿਹਾ ਕਿ ਲਾਰੈਂਸ ਤੇ ਟੀਨੂ ਦੋਵੇਂ ਚੰਗੇ ਦੋਸਤ ਨੇ। ਮੋਹਿਤ ਭਾਰਦਵਾਜ ਉਹਨਾਂ ਦੇ ਲਈ ਫਿਰੌਤੀ ਇਕੱਠੀ ਕਰਨ ਦਾ ਕੰਮ ਕਰਦਾ ਸੀ। ਉਸਨੇ ਕਈ ਕਲੱਬਾਂ ਦੇ ਮਾਲਕਾਂ ਤੋਂ ਲਾਰੈਂਸ ਦੇ ਨਾਂ ਤੇ ਪੈਸਾ ਵੀ ਮੰਗਿਆ ਤੇ ਪੁਲਿਸ ਹੁਣ ਉਹਨਾਂ ਕਲੱਬ ਮਾਲਕਾਂ ਤੋਂ ਵੀ ਪੁੱਛਗਿੱਛ ਦੀ ਤਿਆਰੀ ਕਰ ਰਹੀ ਹੈ। ਤੇ ਦੀਪਕ ਟੀਨੂ ਜਿਹੜਾ ਮਾਨਸਾ ਤੋਂ ਇਸੇ ਮਹੀਨੇ ਅਕਤੂਬਰ ਮਹੀਨੇ ਦੇ ਵਿੱਚ ਫਰਾਰ ਹੋ ਗਿਆ ਸੀ। ਭੇਦਭਰੇ ਢੰਗ ਦੇ ਨਾਲ ਫਰਾਰ ਹੋਇਆ ਸੀ। ਪ੍ਰਿਤਪਾਲ ਸਿੰਘ ਨੇ ਇਸ ਨੂੰ ਫਰਾਰ ਕਰਵਾਇਆ ਸੀ। ਉਹਨੂੰ ਕਈ ਦਿਨ ਬਾਅਦ ਜਾ ਕੇ ਦਿੱਲੀ ਪੁਲਿਸ ਨੇ ਫੜਿਆ ਸੀ। ਹੁਣ ਕਿਤੇ ਜਾ ਕੇ ਪੰਜਾਬ ਪੁਲਿਸ ਨੂੰ ਇਹਦਾ ਟ੍ਰਾਂਜ਼ਿਟ ਰਿਮਾਂਡ ਮਿਲਿਆ ਤੇ ਇਹਨੂੰ ਦਿੱਲੀ ਤੋਂ ਪੰਜਾਬ ਲੈ ਕੇ ਪਹੁੰਚ ਗਈ ਹੈ ਪੁਲਿਸ। ਮਾਨਸਾ ਪਹੁੰਚੀ ਹੈ। ਇਹ ਵੀ ਪਤਾ ਲੱਗਿਆ ਕਿ ਦੀਪਕ ਟੀਨੂ ਜਿਹੜੇ CIA ਪੁਲਿਸ ਥਾਣੇ ਮਾਨਸਾ ਤੋਂ ਭੱਜਿਆ ਸੀ ਉੱਥੇ ਹੀ ਇਹ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸੋ ਸਿੱਧੂ ਮੂਸੇਵਾਲਾ ਕਤਲ ਕਾਂਡ ਹੁਣ ਮੁੜ ਸੁਰਖੀਆਂ ਦੇ ਵਿੱਚ ਹੈ। ਜਦੋਂ ਪਿਤਾ ਨੇ ਇੱਕ ਅਲਟੀਮੇਟਮ ਦਿੱਤਾ ਹੈ ਉਸ ਤੋਂ ਬਾਅਦ ਸਰਕਾਰ ਹਰਕਤ ਦੇ ਵਿੱਚ ਆਈ ਹੈ ਤੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਉੱਠ ਰਹੇ ਨੇ। ਐਤਵਾਰ ਨੂੰ ਗੁਜਰਾਤ ਦੇ ਵਿੱਚ ਵਾਪਰੇ ਵੱਡੇ ਦਰਦਨਾਕ ਹਾਦਸੇ ਦਾ ਜ਼ਿਕਰ ਕਰ ਲੈਂਦੇ ਆ ਤਾਂ ਇੱਥੇ ਮੋਰਬੀ ਜ਼ਿਲ੍ਹੇ ਦੇ ਵਿੱਚ ਐਤਵਾਰ ਨੂੰ ਮੱਛੀ ਨਦੀ ਤੇ ਬਣਿਆ ਸਦੀਆਂ ਪੁਰਾਣਾ ਤਾਰਾਂ ਵਾਲਾ ਪੁਲ ਟੁੱਟਣ ਦੇ ਨਾਲ ਹੁਣ ਤੱਕ 141 ਲੋਕਾਂ ਦੀ ਪਾਣੀ 'ਚ ਡੁੱਬ ਕੇ ਮੌਤ ਹੋ ਚੁੱਕੀ ਹੈ ਤੇ ਕੁੱਲ 9 ਲੋਕ ਗ੍ਰਿਫਤਾਰ ਕਰ ਲਏ ਗਏ ਨੇ। ਇਹਨਾਂ ਦੇ ਖਿਲਾਫ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲ ਦੇ ਰੱਖ ਰਖਾਅ ਤੇ ਸੰਚਾਲਨ ਦਾ ਕੰਮ ਸੌਂਪਣ ਵਾਲੀਆਂ ਏਜੰਸੀਆਂ ਵਿਰੁੱਧ ਕਤਲ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਗਈ ਹੈ। ਰਾਜਕੋਟ ਰੇਂਜ ਦੇ IG ਅਸ਼ੋਕ ਯਾਦਵ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ। ਇਹਨਾਂ 9 ਲੋਕਾਂ ਦੇ ਵਿੱਚ ਓਰੇਵਾ ਕੰਪਨੀ ਦਾ ਮੈਨੇਜਰ, ਇਸ ਦੇ ਨਾਲ ਹੀ ਟਿਕਟ ਕੱਟਣ ਵਾਲਾ ਕਲਰਕ ਹੈ, ਬ੍ਰਿਜ ਰਿਪੇਅਰਿੰਗ ਕੰਟਰੈਕਟਰ ਨੇ, ਸਿਕਿਉਰਿਟੀ ਗਾਰਡ ਨੇ, 3 ਸਿਕਿਉਰਿਟੀ ਗਾਰਡ ਨੇ, 2 ਬ੍ਰਿਜ ਰਿਪੇਅਰਿੰਗ ਵਾਲੇ ਕੰਟਰੈਕਟਰ ਨੇ, 2 ਹੀ ਟਿਕਟ ਕਲਰਕ ਨੇ ਤੇ 2 ਹੀ ਓਰੇਵਾ ਕੰਪਨੀ ਦੇ ਮੈਨੇਜਰ ਨੇ। ਇਹ ਵੱਡਾ ਹਾਦਸਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਦੇ ਵਿੱਚ ਵਾਪਰਿਆ ਹੈ ਤੇ ਇੱਕ ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਹੈ ਕਿ ਪੁਲ ਜਿਹੜਾ ਉਹ 4 ਦਿਨ ਪਹਿਲਾਂ ਹੀ ਮੁੜ ਤੋਂ ਚਾਲੂ ਕੀਤਾ ਗਿਆ ਸੀ। ਮੁਰੰਮਤ ਤੋਂ ਬਾਅਦ ਇਹਨੂੰ ਮੁੜ ਤੋਂ 4 ਦਿਨ ਪਹਿਲਾਂ ਹੀ ਚਲਾਇਆ ਗਿਆ ਸੀ ਤੇ ਫਿਟਨੈਸ ਸਰਟੀਫਿਕੇਟ ਤੋਂ ਬਿਨਾਂ ਚਲਾ ਦਿੱਤਾ ਗਿਆ ਸੀ। ਇੰਨੀ ਵੱਡੀ ਲਾਪਰਵਾਹੀ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਅਜਿਹੀ ਪੀੜ ਤੇ ਦੁੱਖ ਮਹਿਸੂਸ ਨਹੀਂ ਕੀਤਾ। ਮੋਦੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਹਾਦਸੇ ਦੇ ਪੀੜਤਾਂ ਦੀ ਹਰ ਸੰਭਵ ਮਦਦ ਕਰ ਰਹੀਆਂ ਨੇ। ਕੇਵੜੀਆ ਦੇ ਵਿੱਚ ਪਹੁੰਚੇ ਹੋਏ ਸਨ। ਮੋਦੀ ਨੇ ਕਿਹਾ ਕਿ ਮੈਂ ਏਕਤਾ ਨਗਰ ਦੇ ਵਿੱਚ ਹਾਂ ਪਰ ਮੇਰਾ ਮਨ ਮੋਰਬੀ ਦੇ ਪੀੜਤਾਂ ਦੇ ਨਾਲ ਹੈ। ਮੈਂ ਆਪਣੀ ਜ਼ਿੰਦਗੀ 'ਚ ਅਜਿਹਾ ਦੁੱਖ ਕਦੇ ਮਹਿਸੂਸ ਨਹੀਂ ਕੀਤਾ। ਭਾਵੁਕ ਹੋਏ ਮੋਦੀ ਨੇ ਕਿਹਾ ਕਿ ਇੱਕ ਪਾਸੇ ਦਰਦ ਨਾਲ ਭਰਿਆ ਦਿਲ ਹੈ ਤੇ ਦੂਜੇ ਪਾਸੇ ਫਰਜ਼ ਹੈ। ਕੌਮੀ ਏਕਤਾ ਦਿਵਸ ਮੌਕੇ ਕੇਵੜੀਆ ਵਿੱਚ ਮੌਜੂਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ 'ਚ ਕੋਈ ਕਸਰ ਨਹੀਂ ਛੱਡੀ ਜਾਏਗੀ। मैं एकता नगर में हूं पर मेरा मन मोरबी के पीड़ितों से जुड़ा हुआ है। शायद ही जीवन में बहुत कम ऐसी पीड़ा मैंने अनुभव की हो। एक तरफ दर्द से भरा पीड़ित दिल है और दूसरी तरफ कर्म और कर्तव्य का पथ है। इस कर्तव्य पथ की जिम्मेवारी को लेते हुए मैं आपके बीच में हूं। ਕਾਂਗਰਸ ਨੇ ਇੱਥੇ ਵਾਪਰੇ ਦਰਦਨਾਕ ਹਾਦਸੇ ਦੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਪੁਰਾਣਾ ਪੁਲ, ਸਦੀ ਪੁਰਾਣਾ ਪੁਲ ਡਿੱਗਣ ਦੇ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਪਾਰਟੀ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਅਪਰਾਧਿਕ ਅਣਗਹਿਲੀ ਤੇ ਕੁਸ਼ਾਸਨ ਦਾ ਕੇਸ ਲੱਗਦਾ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਹਾਦਸੇ ਦੇ ਪੀੜਤਾਂ ਨੂੰ ਢੁਕਵੀਂ ਵਿੱਤੀ ਮਦਦ ਤੇ ਮੈਡੀਕਲ ਇਲਾਜ ਮਿਲਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਪੁਲ ਜਿਹਨੂੰ ਖੁੱਲਿਆ ਹਜੇ 4-5 ਦਿਨ ਹੀ ਹੋਏ ਸੀ ਇਹਦੇ ਡਿੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾਣਾ ਚਾਹੀਦਾ ਹੈ। ਇੰਨੇ ਸਾਰੇ ਲੋਕਾਂ ਨੂੰ ਪੁਲ ਤੇ ਚੜ੍ਹਨ ਦੀ ਇਜਾਜ਼ਤ ਕਿਉਂ ਦਿੱਤੀ ਗਈ? ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਜਾਂਚ ਹੋਣੀ ਚਾਹੀਦੀ ਹੈ। ਕਹਿੰਦੇ ਸਿਆਸਤ ਕਰਨ ਦਾ ਸਮਾਂ ਨਹੀਂ ਹੈ ਪਰ ਸਬੰਧਤਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੇ ਜਾਣਾ ਵੀ ਜ਼ਰੂਰੀ ਹੈ ਤੇ ਅਹਿਮ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰਨਾਂ ਵਰਕਰਾਂ ਨੇ ਭਾਰਤ ਜੋੜੋ ਯਾਤਰਾ ਦਰਮਿਆਨ ਮੋਰਬੀ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ 2 ਮਿੰਟ ਦਾ ਮੌਨ ਧਾਰਨ ਕੀਤਾ। ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ
ਮੌਕੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਨ ਮੌਕੇ ਦੋਵਾਂ ਲੀਡਰਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਅਤੇ ਫਿਰ ਮੋਰਬੀ ਪੁਲ ਹਾਦਸੇ ਦੇ ਪੀੜਤਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਿਆ। ਰਾਹੁਲ ਗਾਂਧੀ ਇਸ ਵਕਤ ਤੇਲੰਗਾਨਾ ਸੂਬੇ ਦੇ ਵਿੱਚ ਭਾਰਤ ਜੋੜੋ ਯਾਤਰਾ ਦਰਮਿਆਨ ਪਹੁੰਚੇ ਹੋਏ ਨੇ। ਇਸ ਹਾਦਸੇ ਦੀਆਂ ਦਰਦਨਾਕ ਤਸਵੀਰਾਂ ਹੁਣ ਲਗਾਤਾਰ ਮੀਡੀਆ ਦੇ ਜ਼ਰੀਏ ਆਉਂਦੀਆਂ ਰਹਿਣਗੀਆਂ। ਇੱਥੇ ਰਾਜਕੋਟ ਤੋਂ ਇੱਕ ਸੰਸਦ ਮੈਂਬਰ ਨੇ ਮੋਹਨ ਕੁੰਦਾਰੀਆ, ਉਹਨਾਂ ਦੇ 11 ਰਿਸ਼ਤੇਦਾਰ ਇਸ ਪੁਲ ਹਾਦਸੇ ਦੇ ਵਿੱਚ ਮਾਰੇ ਗਏ ਨੇ। ਉਹਨਾਂ ਦੇ ਕਿੰਨੇ ਹੀ ਘਰਾਂ ਦੇ ਵਿੱਚ ਸੋਗ ਪਸਰਿਆ ਹੋਇਆ। ਇੱਕ ਸਮਾਜ ਸੇਵੀ ਦੇ ਦੱਸਣ ਦੇ ਮੁਤਾਬਿਕ ਉਹਨਾਂ ਨੇ 4 ਅਜਿਹੇ ਲੋਕਾਂ ਦੇ ਸੰਸਕਾਰ ਕੀਤੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਚਿਤਾ ਨੂੰ ਅੱਗ ਲਾਉਣ ਵਾਲਾ ਵੀ ਕੋਈ ਨਹੀਂ ਬਚਿਆ। ਯਾਨੀ ਕਿ ਲੋਕ ਘੁੰਮਣ ਨਿਕਲੇ ਹੋਣਗੇ ਆਪਣੇ ਪਰਿਵਾਰਾਂ ਦੇ ਨਾਲ ਤੇ ਸਾਰੇ ਦੇ ਸਾਰੇ ਪਰਿਵਾਰ ਹੀ ਮਾਰੇ ਗਏ। ਇਸੇ ਤਰ੍ਹਾਂ ਮੋਰਬੀ ਦੇ ਮੱਛੂ ਨਦੀ ਦੇ ਤੱਟ ਤੇ ਇੱਕ ਨੌਜਵਾਨ ਵੀ ਰੋਂਦਾ ਘੁੰਮਦਾ ਦਿਖਾਈ ਦੇ ਰਿਹਾ ਹੈ। ਉਸ ਦੀ ਕਹਾਣੀ ਵੀ ਇਸ ਹਾਦਸੇ ਵਿੱਚ ਬਚ ਗਏ ਲੋਕਾਂ ਦੇ ਦਰਦ ਨੂੰ ਬਿਆਨ ਕਰਦੀ ਹੈ। ਉਹਨੇ ਦੱਸਿਆ ਕਿ ਮੈਂ ਆਪਣੀ ਭੈਣ ਨਾਲ ਪੁਲ ਤੇ ਸੈਲਫੀਆਂ ਖਿੱਚ ਰਿਹਾ ਸੀ, ਅਚਾਨਕ ਡਿੱਗ ਗਿਆ। ਮੈਂ ਤਾਂ ਬਚ ਗਿਆ ਪਰ ਮੇਰੀ ਭੈਣ ਦਾ ਕਹਿੰਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਤੇ ਉਹ ਆਪਣੀ ਭੈਣ ਨੂੰ ਹਾਲੇ ਤੱਕ ਲੱਭ ਰਿਹਾ ਹੈ, ਘਰੇ ਨਹੀਂ ਜਾਣਾ ਚਾਹੁੰਦਾ। ਸੋ ਜਿੰਨੇ ਵੀ ਲੋਕ ਇਸ ਦਰਦਨਾਕ ਹਾਦਸੇ ਦੇ ਵਿੱਚ ਅਜਾਈ ਮੌਤ ਤੇ ਮਾਰੇ ਗਏ ਨੇ, ਸਾਰਿਆਂ ਦੀ ਆਤਮਿਕ ਸ਼ਾਂਤੀ ਲਈ ਅਸੀਂ ਵੀ ਦੁਆ ਕਰਦੇ ਹਾਂ। ਭਾਰਤੀ ਰੁਪਈਆ ਹੋਰ ਕਮਜ਼ੋਰ ਹੋ ਗਿਆ। US ਡਾਲਰ ਦੇ ਮੁਕਾਬਲੇ 31 ਪੈਸੇ ਹੋਰ ਰੁਪਈਆ ਡਿੱਗ ਗਿਆ ਤੇ 82 ਰੁਪਏ 78 ਪੈਸੇ ਦੇ ਪੱਧਰ ਤੇ ਬੰਦ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਝੋਨੇ ਦੀ PR 126 ਕਿਸਮ ਦੇ ਬੀਜ ਦਾ ਪ੍ਰਬੰਧ ਹੁਣੇ ਕਰ ਲੈਣਾ ਚਾਹੀਦਾ ਹੈ। ਖੇਤੀਬਾੜੀ ਵਿਗਿਆਨੀ ਗੁਰਜੀਤ ਸਿੰਘ ਮੰਗਟ ਨੇ ਦੱਸਿਆ ਕਿ ਸਾਉਣੀ 2022 ਦੇ ਦੌਰਾਨ PR 126 ਕਿਸਮ ਦੇ ਬੀਜ ਦੀ ਭਾਰੀ ਮੰਗ ਰਹੀ ਹੈ। ਇਸ ਦਾ ਮੁੱਖ ਕਾਰਨ ਹੈ ਕਿ ਇਹ ਬੀਜ ਦੀ ਜਿਹੜੀ ਕਿਸਮ ਹੈ ਇਸ ਦੀ ਵੱਖ-ਵੱਖ ਖੇਤਰਾਂ ਦੇ ਵਿੱਚ ਝਾੜ ਵਿੱਚ ਕਾਫੀ ਸਥਿਰਤਾ ਹੈ। ਭਾਵੇਂ ਇਸ ਕਿਸਮ ਦਾ ਔਸਤਨ ਝਾੜ ਹੈ ਜਿਹੜਾ 30 ਕੁਇੰਟਲ ਪ੍ਰਤੀ ਏਕੜ ਹੈ, ਪਰ ਇਹ 38 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦੇਣ ਦਾ ਵੀ ਸਮਰੱਥਾ ਰੱਖਦਾ ਹੈ। ਇਹ ਵੀ ਡਾਕਟਰ ਮੰਗਟ ਦੇ ਮੁਤਾਬਿਕ ਇਹ ਕਿਸਮ ਢਹਿੰਦੀ ਵੀ ਨਹੀਂ ਤੇ ਪਨੀਰੀ ਸਮੇਤ 123 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ। ਸੋ PAU ਯਾਨੀ ਕਿ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨਾਂ ਨੂੰ ਝੋਨੇ ਦੀ PR 126 ਕਿਸਮ ਦੇ ਬੀਜਾਂ ਦਾ ਪ੍ਰਬੰਧ ਹੁਣੇ ਕਰਨ ਦੀ ਸਲਾਹ ਦਿੱਤੀ ਹੈ। ਡਾਕਟਰ ਨੇ ਵੀ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ 25 ਤੋਂ 30 ਦਿਨ ਦਾ ਵਧੇਰੇ ਸਮਾਂ ਮਿਲ ਜਾਂਦਾ ਹੈ। ਕਣਕ ਦੀ ਬਿਜਾਈ ਵੀ ਸਮੇਂ ਸਿਰ ਹੋ ਜਾਂਦੀ ਹੈ ਤੇ ਝੋਨੇ ਦੀਆਂ ਘੱਟ ਸਮੇਂ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਖੇਤ ਖਾਲੀ ਕਰ ਦਿੰਦੀਆਂ ਨੇ। ਡੇਰਾ ਸਿਰਸਾ ਦੇ ਬਲਾਤਕਾਰੀ ਅਤੇ ਕਾਤਲ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਤੇ ਹੁਣ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ, ਜਿਸ ਤੇ ਕਤਲ ਕੇਸ ਦੇ ਵਿੱਚ ਰਾਮ ਰਹੀਮ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਭੁਗਤ ਰਿਹਾ ਹੈ ਉਮਰ ਕੈਦ ਦੀ ਸਜ਼ਾ, ਉਸਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਵੀ ਡੇਰਾ ਸਾਹਿਬ ਦੀ ਪੈਰੋਲ ਤੇ ਸਖਤ ਇਤਰਾਜ਼ ਜਤਾਉਂਦਿਆਂ ਜਾਣ ਦਾ ਖਦਸ਼ਾ ਪ੍ਰਗਟਾਇਆ ਹੈ। ਦਾਅਵਾ ਕੀਤਾ ਹੈ ਕਿ ਰਾਮ ਰਹੀਮ ਦੇ ਜੇਲ੍ਹ ਚੋਂ ਬਾਹਰ ਆਉਣ ਨਾਲ ਗਵਾਹਾਂ ਦੀ ਜਾਨ ਨੂੰ ਵੀ ਖਤਰਾ ਹੈ। ਉਹਨਾਂ ਇਹ ਵੀ ਡਰ ਪ੍ਰਗਟਾਇਆ ਹੈ ਕਿ ਡੇਰਾ ਪ੍ਰੇਮੀ ਇੱਕ ਵਾਰ ਫੇਰ ਕਿਸੇ ਵੀ ਹਿੰਸਕ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਅੰਸ਼ੁਲ ਨੇ ਪੈਰੋਲ ਖਿਲਾਫ ਅਦਾਲਤ ਜਾਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਡੇਰਾ ਸਾਹਿਬ ਨੂੰ ਇੱਕ ਬਲਾਤਕਾਰੀ ਤੇ ਕਾਤਲ ਦੱਸਦਿਆਂ ਕਿਹਾ ਕਿ ਇਸ ਗੱਲ ਤੇ ਮੋਹਰ ਅਦਾਲਤ ਵੀ ਲਾ ਚੁੱਕੀ ਹੈ, ਪਰ ਸਰਕਾਰ ਦੇ ਵੱਲੋਂ ਮਿਲ ਰਹੇ ਹੁੰਗਾਰੇ ਕਾਰਨ ਇਹਦੇ ਹੌਸਲੇ ਇੰਨੇ ਬੁਲੰਦ ਨੇ ਕਿ ਇਹਦੇ ਪ੍ਰੇਮੀ ਸੂਬੇ ਦੇ ਵਿੱਚ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ। ਇਸ ਦਰਮਿਆਨ ਇੱਕ ਹੋਰ ਜਾਣਕਾਰੀ ਵੀ ਸਾਹਮਣੇ ਆਈ ਹੈ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਸਾਡਾ ਪੈਰੋਲ ਦੇ ਵਿੱਚ ਕੋਈ ਹੱਥ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ, ਨਿਯਮਾਂ ਦੇ ਮੁਤਾਬਿਕ ਇਹ ਦਿੱਤੀ ਗਈ ਹੈ। ਦਰਅਸਲ ਹਰਿਆਣਾ ਸਰਕਾਰ ਨੇ 11 ਅਪ੍ਰੈਲ 2022 ਨੂੰ ਇੱਕ ਬਿੱਲ ਪਾਸ ਕੀਤਾ ਸੀ ਜਿਸ ਮੁਤਾਬਿਕ ਕੁਝ ਕੁ ਸ਼ਰਤਾਂ ਤੇ ਚੰਗੇ ਚਾਲ ਚੱਲਣ ਲਈ ਕੈਦੀਆਂ ਦੀ ਅਸਥਾਈ ਰਿਹਾਈ ਦੀ ਵਿਵਸਥਾ ਕੀਤੀ ਜਾ ਸਕਦੀ ਹੈ, ਯਾਨੀ ਕਿ ਪੈਰੋਲ ਦਿੱਤੀ ਜਾ ਸਕਦੀ ਹੈ ਤੇ ਇਸੇ ਕਾਨੂੰਨ ਦਾ ਸਹਾਰਾ ਲੈ ਕੇ ਸਾਧ ਨੂੰ ਬਾਰੀ-ਬਾਰੀ ਪੈਰੋਲ ਦਿੱਤੀ ਜਾ ਰਹੀ ਹੈ। ਇੱਥੇ ਸਵਾਲ ਇਹ ਵੀ ਉੱਠਦਾ ਕਿ ਹਰਿਆਣਾ ਸਰਕਾਰ ਨੇ ਕਿੰਨੇ ਕੁ ਕੈਦੀਆਂ ਨੂੰ ਇਸ ਸੋਧ ਦੇ ਤਹਿਤ ਪੈਰੋਲ ਦਿੱਤੀ ਹੈ ਜਾਂ ਫਿਰ ਸਿਰਫ ਸਾਧ ਨੂੰ ਹੀ ਸਹੂਲਤ ਦੇਣ ਦੇ ਲਈ ਇਹ ਕਾਨੂੰਨ ਸੋਧਿਆ ਗਿਆ ਸੀ। ਇਸ ਮਾਮਲੇ ਦੇ ਵਿੱਚ ਜੇਲ੍ਹ ਵਾਰਡਨ ਦੀ ਭੂਮਿਕਾ ਵੀ ਘੇਰੇ ਵਿੱਚ ਹੈ, ਕਿਉਂਕਿ ਜੇ ਸਹੀ ਆਚਰਣ ਦੇ ਆਧਾਰ ਤੇ ਪੈਰੋਲ ਦਿੱਤੀ ਜਾਣੀ ਹੈ ਤਾਂ ਆਚਰਣ ਬਾਰੇ ਰਿਪੋਰਟ ਵੀ ਉਸਨੇ ਹੀ ਬਣਾ ਕੇ ਦੇਣੀ ਹੁੰਦੀ ਹੈ, ਪਰ ਇੱਕ ਬਲਾਤਕਾਰੀ ਤੇ ਕਾਤਲ ਦੇ ਆਚਰਣ ਨੂੰ ਕਿਸ ਤਰੀਕੇ ਦੇ ਨਾਲ ਕਲੀਨ ਚਿੱਟ ਦਿੱਤੀ ਜਾ ਸਕਦੀ ਹੈ, ਇਹ ਲੋਕਾਂ ਦੀ ਸਮਝ ਤੋਂ ਬਾਹਰ ਹੈ। ਬੀਜੇਪੀ ਦੇ ਕੌਮੀ ਬੁਲਾਰੇ RP ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ 1984 ਦੇ ਸਿੱਖ ਕਤਲੇਆਮ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਅਸਲੀ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਟਰੁਥ ਕਮਿਸ਼ਨ ਦੀ ਸਥਾਪਨਾ ਕਰਨ ਦੀ ਅਪੀਲ ਕੀਤੀ ਹੈ। ਗ੍ਰਹਿ ਮੰਤਰੀ ਨੂੰ ਲਿਖੀ ਆਪਣੀ ਚਿੱਠੀ ਦੇ ਵਿੱਚ RP ਸਿੰਘ ਨੇ ਮੁੱਖ ਸਾਜ਼ਿਸ਼ਕਰਤਾ ਸੱਜਣ ਕੁਮਾਰ ਨੂੰ ਸਲਾਖਾਂ ਪਿੱਛੇ ਭੇਜਣ ਅਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ, ਪਰ ਇਹ ਵੀ ਕਿਹਾ ਕਿ ਹਾਲੇ ਤੱਕ ਪੂਰਾ ਇਨਸਾਫ ਨਹੀਂ ਹੋਇਆ।
ਆਰਪੀ ਸਿੰਘ ਨੇ ਲਿਖਿਆ ਕਿ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗੇ ਕਈ ਹੋਰ ਹਾਲੇ ਵੀ ਆਜ਼ਾਦ ਘੁੰਮ ਰਹੇ ਨੇ ਜਿਹੜੇ ਕਿ ਦੋਸ਼ੀ ਨੇ। ਆਰਪੀ ਸਿੰਘ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਪਰੇਸ਼ਨ ਬਲੂ ਸਟਾਰ ਜਿਹੜਾ ਹਮਲਾ ਹੋਇਆ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਤੇ ਸਿੱਖ ਕਤਲੇਆਮ, ਇਹਨਾਂ ਦੀ ਸਾਜ਼ਿਸ਼ ਦਿੱਲੀ ਦੇ ਵਿੱਚ ਬਹੁਤ ਪਹਿਲਾਂ ਹੀ ਰਚੀ ਗਈ ਸੀ। ਸਾਬਕਾ ਰਿਸਰਚ ਐਂਡ ਐਨਾਲਿਸਿਸ ਵਿੰਗ ਅਧਿਕਾਰੀ ਜੀਬੀਐਸ ਸਿੱਧੂ ਨੇ ਆਪਣੀ ਕਿਤਾਬ ਦ ਖਾਲਿਸਤਾਨ ਸਾਜ਼ਿਸ਼ ਦੇ ਵਿੱਚ ਕਹਿੰਦੇ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ। ਅਮਿਤ ਸ਼ਾਹ ਨੂੰ ਲਿਖੀ ਚਿੱਠੀ ਦੇ ਵਿੱਚ ਆਰਪੀ ਸਿੰਘ ਨੇ ਕਿਹਾ ਕਿ ਦੋਵੇਂ ਸਾਜ਼ਿਸ਼ਾਂ ਨੂੰ 1985 ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਯੋਜਨਾਬੱਧ ਤਰੀਕੇ ਦੇ ਨਾਲ ਸਿਰੇ ਚੜਾਇਆ ਗਿਆ ਸੀ। ਇਸੇ ਤਰ੍ਹਾਂ ਲੰਬੇ ਸਮੇਂ ਤੋਂ 84 ਸਿੱਖ ਕਤਲੇਆਮ ਦੇ ਨਾਲ ਜੁੜੇ ਕੇਸਾਂ ਦੀ ਪੈਰਵਾਈ ਕਰ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਵੀ 1984 ਦੀ ਜਾਂਚ ਦੀਆਂ ਫਾਈਲਾਂ ਜਨਤਕ ਕਰਨ ਦੀ ਮੰਗ ਕੀਤੀ ਹੈ ਤਾਂ ਜੋ 84 ਦੇ ਅਸਲ ਦੋਸ਼ੀਆਂ ਦਾ ਚਿਹਰਾ ਸਭ ਦੇ ਸਾਹਮਣੇ ਆ ਸਕੇ। ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਫੂਲਕਾ ਨੇ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਅੰਗ ਰੱਖੇ ਦੀਆਂ ਤਸਵੀਰਾਂ ਵੀ ਸਭ ਦੇ ਸਾਹਮਣੇ ਪੇਸ਼ ਕਰਦਿਆਂ ਕਿਹਾ ਕਿ ਮ੍ਰਿਤਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਏਮਸ ਪਹੁੰਚੇ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਅੰਗ ਰੱਖਿਅਕ ਤੇ ਸਭ ਤੋਂ ਪਹਿਲਾਂ ਹਮਲਾ ਹੋਇਆ ਸੀ, ਜਿਸ ਰਾਹੀਂ ਇਹ ਸੰਦੇਸ਼ ਦਿੱਤਾ ਗਿਆ ਸੀ ਕਿ ਕਿਸੇ ਵੀ ਸਿੱਖ ਨੂੰ ਛੱਡਿਆ ਨਾ ਜਾਵੇ। ਵੱਡੀ ਤਰਾਸਦੀ ਹੈ ਕਿ ਇਸ ਦੀ ਕੋਈ ਵੀ FIR ਦਰਜ ਨਹੀਂ ਕੀਤੀ ਗਈ। ਉਸ ਵੇਲੇ ਉੱਥੇ ਮੌਜੂਦ ਪੁਲਿਸ ਵੀ ਸਿਰਫ ਤਮਾਸ਼ਾ ਦੇਖ ਰਹੀ ਸੀ। ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਪਰੰਪਰਾ ਨੂੰ ਛਿੱਕੇ ਤੇ ਟੰਗ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਡਰਾਇਆ ਗਿਆ। ਐਚ.ਐਸ. ਫੂਲਕਾ ਨੇ ਵੀ ਦਾਅਵਾ ਕੀਤਾ ਸੀ ਕਿ ਸਿੱਖਾਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਸਿੱਖਾਂ ਦੇ ਘਰਾਂ ਦੀਆਂ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਸੂਚੀਆਂ ਵੰਡੀਆਂ ਗਈਆਂ। ਇਹਨਾਂ ਸੂਚੀਆਂ ਨੂੰ ਬਣਾਉਣਾ ਕੋਈ ਇੱਕ ਦੋ ਦਿਨ ਦਾ ਕੰਮ ਨਹੀਂ ਸੀ, ਇਹ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਗਈਆਂ ਸਨ। ਸਾੜਨ ਵਾਲੀ ਭੀੜ ਇੱਕ ਖਾਸ ਤਰ੍ਹਾਂ ਦਾ ਪਾਊਡਰ ਵਰਤ ਰਹੀ ਸੀ ਜੋ ਕਿ ਤੁਰੰਤ ਅੱਗ ਫੜ ਰਿਹਾ ਸੀ। ਇਸ ਦਾ ਇੰਤਜ਼ਾਮ ਵੀ ਪਹਿਲਾਂ ਤੋਂ ਹੀ ਕਰਕੇ ਰੱਖਿਆ ਗਿਆ ਸੀ ਤੇ ਇਸ ਨੂੰ ਵਰਤਣ ਲਈ ਵੀ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਸੀ। ਕਿਸੇ ਵੀ ਮੁਹੱਲੇ ਵਿੱਚ ਵੜਦਿਆਂ ਹੀ ਸਭ ਤੋਂ ਪਹਿਲਾਂ ਗੁਰੂ ਘਰਾਂ ਤੇ ਹਮਲਾ ਕੀਤਾ ਗਿਆ ਤਾਂ ਜੋ ਸਿੱਖ ਕਿਤੇ ਇਕੱਠੇ ਹੋ ਜਾਣ। ਇਸ ਤੋਂ ਇਲਾਵਾ ਕਹਿੰਦੇ ਦਿੱਲੀ ਦੇ ਹਰੇਕ ਥਾਣੇ ਦੇ ਵਿੱਚ ਦਰਜ ਕੀਤੀ ਗਈ FIR ਦੀ ਬਣਤਰ ਇੱਕੋ ਜਿਹੀ ਸੀ ਜੋ ਕਿ ਇਸ ਯੋਜਨਾ ਦੇ ਤਹਿਤ ਜਾਣਬੁੱਝ ਕੇ ਕੀਤਾ ਗਿਆ ਸੀ ਕਿ ਹਮਲਾ ਕਰਨ ਵਾਲਿਆਂ ਨੂੰ ਬਚਾਇਆ ਨਾ ਜਾ ਸਕੇ, ਕੋਈ ਵੀ ਅੜਚਣ ਨਾ ਆਵੇ। ਸੋ ਇਹ ਵੱਡੀ ਮੰਗ ਹੈ ਜਿਹੜੀ ਉਹ ਕੇਂਦਰ ਸਰਕਾਰ ਤੋਂ ਕੀਤੀ ਗਈ ਹੈ। ਵੱਡੇ ਖੁਲਾਸੇ ਕੀਤੇ ਗਏ ਨੇ। ਹੁਣ ਕੇਂਦਰ ਸਰਕਾਰ ਕੀ ਇਸ ਤੇ ਕਾਰਵਾਈ ਕਰਦੀ ਹੈ ਕਿ 84 ਕਤਲੇਆਮ ਦੇ ਨਾਲ ਜੁੜੇ ਜਿਹੜੇ ਕੇਸ ਨੇ, ਜਿਹੜੀਆਂ ਫਾਈਲਾਂ ਨੇ ਉਹ ਅੱਗੇ ਤੁਰਦੀਆਂ ਨੇ ਜਾਂ ਉਸੇ ਤਰ੍ਹਾਂ ਖੜੀਆਂ ਰਹਿੰਦੀਆਂ ਨੇ, ਇਹ ਤਾਂ ਹੁਣ ਸਮਾਂ ही दसूंगा। पहली कॉलोनी नवंबर को सुबह जो मॉब थे उनके पास सिखों के घरों की लिस्टें थी। अब सिखों के घरों की लिस्ट ओवरनाइट बनाना या एक दो दिन में बनाना पॉसिबल नहीं है, क्योंकि सिंह नाम कहते हैं वोटर लिस्ट में सिंह नाम राजपूतों का भी होता है और जाटों का भी होता है, मगर किसी भी सिंह नाम के राजपूत या जाट के घर पे हमला नहीं किया, सिर्फ और सिर्फ सिखों के घरों पे हमला किया। और वो ये जो लिस्टें हैं ये पहले तैयार करके रखी हुई थी। ये लिस्टें 1 2 3 दिन में नहीं बन सकती, ये लिस्टें पहले तैयार करके रखी हुई की थी और इनको मॉब को सुबह सुबह पहुंचा दिया गया। ये था कि मॉब के पास एक पाउडर था, जो पाउडर को फेंकने से आग लग जाती थी और उस पाउडर को जो लोग वो पाउडर फेंक रहे थे, लगा रहे थे, वो भी लोग एक्सपर्ट थे। कोई अनजान आदमी तो उस पाउडर को यूज ही नहीं कर सकता, उस अपने हाथ जला लेगा। तो ये जो पाउडर था, पहली बात तो ये पाउडर अरेंज करके रखा हुआ था, दूसरी बात लोगों को ट्रेन करके रखा हुआ था कि ये पाउडर कैसे यूज करना है। गुजरात चोणां दे विच कीते जा रहे पंजाब दे खजाने दे खर्चिਆਂ बारे पूछे गए सवाल दा पंजाब दे मुख मंत्री भगवंत सिंह मान ने विरोधी धिरां ते वरदियां जवाब दिंदे होए कहा कि ਜਿਹੜਾ ट्रिब्यून अखबार है उस दे विच पहले पन्ने ते किहदा इश्तिहार है ਇਹ ਤੁਸੀਂ ਜ਼ਰੂਰ ਦੇਖ ਲਓ। ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਖੁਦ ਜਿਹਦੇ ਵਿੱਚ ਸਫ਼ਰ ਕਰ ਰਹੇ ਨੇ ਉਹਦਾ ਵੀ ਹਿਸਾਬ ਲਿਆ ਜਾਣਾ ਚਾਹੀਦਾ ਹੈ। ਕਾਂਗਰਸ ਦਾ ਆਪ ਸਾਰੇ ਭਾਰਤ ਵਿੱਚ ਮਾੜਾ ਹਾਲ ਹੋਇਆ ਪਿਆ। ਜੇ ਇਸ਼ਤਿਹਾਰਾਂ ਦੇ ਰਾਹੀਂ ਬਾਹਰਲੇ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੰਮ ਹੋ ਰਹੇ ਨੇ ਤਾਂ ਹੋਰ ਪਾਸੇ ਵੀ ਹੋ ਸਕਦੇ ਨੇ, ਇਹਦੇ ਵਿੱਚ ਮਾੜਾ ਕੀ ਹੈ। यानी कि जो इश्तिहारबाजी आम आदमी पार्टी की सरकार के वलों वड्डे पद्धर ते कीती जा रही है उस नूं पंजाब के मुख मंत्री ने जायज़ ठहराया है। साबका कांग्रेसी लीडर श्याम सुंदर अरोड़ा बारे बोलदे उन्होंने कहा कि जे कोई बीजेपी शामिल हो गया तो दुध धोता नहीं बन जाता। अरोड़ा के घरों नोट गिणन वाली मशीन भी मिली है, कोई इस बारे भी पूछ लो। ट्रिब्यून दे मेन हेड मेन पेज ते किहदी हेड आई है, ये बाजवा साहब दिखा दिओ। सर मंडियां दे विच राजस्थान के मुख मंत्री दी आई है। ਅਸੀਂ ਦੱਸਣਾ ਚਾਹੁੰਦੇ ਹਾਂ कि दूजे मुल्कों के जिहड़े दूजे राज्यों के जिहड़े अपना लोग ने उन्होंने भी पता लगे कि काम हो सकते हैं ईमानदारी नाल जे पंजाब च हो सकते हैं। सो इस करके आप खुद हिमाचल गए हुए ने प्रताप भाजपा जी,
हाँ हाँ हिमाचल च गए हुए ने, ठीक है ना। ਉਹ ਆਪਦੇ ਜਹਾਜ਼ਾਂ ਬਾਰੇ ਕੋਈ ਦੱਸਦੇ ਹੀ ਨਹੀਂ ਵੀ ਕਿੱਥੋਂ ਆਏ ਨੇ ਕੀ ਨੇ, ਨਾ। ਸੋ ਇਹ ਸਾਰਾ, ਹਾਂ, ਇਹ ਸਾਰਾ ਇਹਨਾਂ ਦੀ ਅਸਲ 'ਚ ਬੌਖਲਾਹਟ ਹੈ। 31 ਅਕਤੂਬਰ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੇ ਦੋ ਅੰਗ ਰੱਖਿਅਕਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ। ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਰਨ ਤੋਂ ਬਾਅਦ ਉਸੇ ਵਕਤ ਬੇਅੰਤ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਜਦਕਿ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੇ ਫੜੇ ਗਏ ਬਜ਼ੁਰਗ ਰਿਸ਼ਤੇਦਾਰ ਕੇਰ ਸਿੰਘ ਨੂੰ 5 ਸਾਲਾਂ ਬਾਅਦ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸੋ 31 ਅਕਤੂਬਰ ਦੇ ਦਿਨ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਿੱਥੇ ਕਾਂਗਰਸ ਪਾਰਟੀ ਨੇ ਸ਼ਰਧਾਂਜਲੀਆਂ ਦਿੱਤੀਆਂ, ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਅਤੇ ਕੇਰ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਸਿੱਖਾਂ ਦੇ ਵੱਲੋਂ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ ਅਤੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਮੌਕੇ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਏ। ਕਾਂਗਰਸ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਹੋਰ ਸੀਨੀਅਰ ਪਾਰਟੀ ਲੀਡਰਾਂ ਸਮੇਤ ਸ਼ਕਤੀ ਸਥਲ ਵਿਚਲੀ ਦਿੱਲੀ ਵਾਲੀ ਯਾਦਗਾਰ ਤੇ ਜਾ ਕੇ ਇੰਦਰਾ ਗਾਂਧੀ ਨੂੰ ਫੁੱਲ ਮਾਲਾਵਾਂ ਦੇ ਨਾਲ ਸ਼ਰਧਾਂਜਲੀ ਦਿੱਤੀ। ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦਰਮਿਆਨ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਸੁਖਚੈਨ ਸਿੰਘ ਗਿੱਲ ਨੇ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬਾ ਭਰ ਦੇ ਵਿੱਚ ਨਸ਼ਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 259 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਨੇ 5 ਜੁਲਾਈ ਤੋਂ ਹੁਣ ਤੱਕ 1097 ਵੱਡੀਆਂ ਮੱਛੀਆਂ ਸਮੇਤ 6997 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਸ ਸੰਬੰਧੀ ਕੁੱਲ 5346 ਕੇਸ ਦਰਜ ਕੀਤੇ ਨੇ। ਆਈਜੀਪੀ ਗਿੱਲ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਵਿੱਚ ਪੁਲਿਸ ਨੇ 54 ਵਪਾਰਿਕ ਸਮੇਤ 399 ਐਫਆਈਆਰ ਦਰਜ ਕਰਕੇ 508 ਨਸ਼ਾ ਤਸਕਰਾਂ ਤੇ ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ। 26 ਕਿਲੋ ਹੈਰੋਇਨ ਤੇ 17 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ। ਸੋ ਟੋਟਲ ਜਿਹੜੇ ਹੁਣ ਤੱਕ ਜਿਹੜੀ ਕੁਆਂਟੀਟੀ ਹੈ ਜਿਹੜੀ ਮੈਂ ਪਹਿਲਾਂ ਦੱਸੀ ਆ ਉਹ ਸਾਡੀ ਪਿਛਲੇ 4 ਮਹੀਨੇ ਦੀ ਆ। ਔਰ ਇਸ ਦੇ ਉੱਤੇ ਜਿਸ ਤਰ੍ਹਾਂ ਸਪੈਸ਼ਲ ਕੈਂਪੇਨ ਜਿਹੜਾ ਡਰੱਗਸ ਦੇ ਖਿਲਾਫ ਚਲਾਇਆ ਗਿਆ ਸੀਗਾ, ਉਹਦੇ 'ਚ ਸਾਰੇ ਕਮਿਸ਼ਨਰੇਟ, ਸਾਰੇ ਐਸਐਸਪੀਜ਼ ਨੂੰ ਰੈਗੂਲਰ ਜਿਹੜੀ ਆ ਉਹਨਾਂ ਕੋਲੋਂ ਬਰੀਫਿੰਗ ਲਈ ਜਾਂਦੀ ਆ ਔਰ ਹਰ ਹਫਤੇ ਇਸੇ ਤਰੀਕੇ ਦੇ ਨਾਲ ਅਗਰੈਸਿਵ ਜਿਹੜਾ ਕੈਂਪੇਨ ਹੈ ਜਾਰੀ ਰਹੇਗਾ ਔਰ ਵੀਕਲੀ ਜਿਹੜੀਆਂ ਪ੍ਰੈਸ ਨੂੰ ਅਪਡੇਟ ਜਿਹੜਾ ਆਪਾਂ ਕਰ ਰਹੇ ਹਾਂ ਜਿਸ ਤਰੀਕੇ ਨਾਲ ਉਸੇ ਤਰ੍ਹਾਂ ਕੀਤਾ ਜਾਏਗਾ। ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਵਿੱਚ ਹੀ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ। ਇੱਕ ਪਾਸੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੰਗਰੇਜ਼ੀ ਤੇ ਹਿੰਦੀ ਦਾ ਬੋਲਬਾਲਾ ਹੈ ਤੇ ਦੂਸਰੇ ਪਾਸੇ ਸਰਕਾਰੀ ਕੰਮਾਂ ਦੇ ਵਿੱਚ ਵੀ ਹਿੰਦੀ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਇਸ ਦੀ ਮਿਸਾਲ ਲੁਧਿਆਣਾ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲੀ ਹੈ, ਜਦੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਲੱਗੇ ਕੰਧ ਚਿੱਤਰਾਂ ਦੇ ਵਿੱਚੋਂ ਪੰਜਾਬੀ ਪੂਰੀ ਤਰ੍ਹਾਂ ਗਾਇਬ ਦਿਸੀ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਤਤਪਰ ਸੰਸਥਾ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਨੇ ਇਹਨਾਂ ਕੰਧ ਚਿੱਤਰਾਂ ਤੇ ਪੰਜਾਬੀ ਭਾਸ਼ਾ ਨੂੰ ਵੜਦਾ ਥਾਂ ਨਾ ਦੇਣ ਦਾ ਦੋਸ਼ ਲਾਇਆ ਹੈ। ਇਸ ਸੰਬੰਧੀ ਭਾਈਚਾਰੇ ਨੇ ਡੀਸੀ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪੇ ਨੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ 16 ਪੁਲਿਸ ਅਫਸਰਾਂ ਸਮੇਤ 63 ਪੁਲਿਸ ਅਧਿਕਾਰੀਆਂ ਨੂੰ ਸਪੈਸ਼ਲ ਆਪਰੇਸ਼ਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੀ ਪਟਿਆਲਾ ਜੇਲ੍ਹ ਦੀ ਚੈਕਿੰਗ ਕੀਤੀ। ਇਸ ਦੌਰਾਨ 2 ਹੈੱਡ ਵਾਰਡਨ ਨਰੇਸ਼ ਕੁਮਾਰ ਤੇ ਰਾਜੀਵ ਕੁਮਾਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਤੇ ਦੋਵੇਂ ਹੈੱਡ ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਾਲ ਹੀ ਏਐਸਆਈ ਨੂੰ ਵੀ ਨਸ਼ਾ ਸਪਲਾਈ ਕਰਦੇ ਨੂੰ ਫੜਿਆ ਗਿਆ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਉਹਨਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਦੇ ਹੋਟਲ ਦੇ ਕਮਰੇ ਦਾ ਇੱਕ ਵੀਡੀਓ ਲੀਕ ਹੋਣ ਤੋਂ ਬਾਅਦ ਪਰਥ ਦੇ ਹੋਟਲ ਕਰਾਊਨ ਨੇ ਮਾਫੀ ਮੰਗੀ ਹੈ। ਇਸ ਦੇ ਨਾਲ ਹੀ ਵੀਡੀਓ ਸ਼ੂਟ ਕਰਨ ਤੇ ਵੀਡੀਓ ਲੀਕ ਕਰਨ ਵਾਲੇ ਮੁਲਾਜ਼ਮ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ। ਇਸ ਮਾਮਲੇ ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕੋਹਲੀ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਸੀ, ਜਿਸ ਤੋਂ ਬਾਅਦ ਜਿਹੜਾ ਹੈਗਾ ਉਹ ਹੋਟਲ ਨੇ ਮਾਫੀ ਮੰਗੀ। ਹਾਦਸਿਆਂ, ਘਟਨਾਵਾਂ ਤੇ ਵਾਰਦਾਤਾਂ ਦੇ ਨਾਲ ਜੁੜੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਦੇ ਜਾਲ ਦੀ ਗੱਲ ਕਰ ਲੈਂਦੇ ਹਾਂ। ਨੌਜਵਾਨਾਂ ਤੋਂ ਬਾਅਦ ਲਗਾਤਾਰ ਕੁੜੀਆਂ ਵੀ ਸ਼ਿਕਾਰ ਹੋ ਰਹੀਆਂ ਨੇ। ਰੋਜ਼ਾਨਾ ਵੀਡੀਓ ਵਾਇਰਲ ਹੋ ਰਹੇ ਨੇ। ਫਿਰੋਜ਼ਪੁਰ ਸ਼ਹਿਰ ਦੇ ਕਸਬਾ ਸ਼ੇਖਾਂਵਾਲੀ ਦੇ ਵਿੱਚ ਨਸ਼ਾ ਕਿਸ ਹੱਦ ਤੱਕ ਵਿਕ ਰਿਹਾ ਹੈ, ਇਸ ਦਾ ਅੰਦਾਜ਼ਾ ਸ਼ਰਾਬੀ ਔਰਤ ਨੂੰ ਦੇਖ ਕੇ ਲਾਇਆ ਜਾ ਸਕਦਾ ਹੈ। ਹੈਰੋਇਨ ਦੇ ਨਸ਼ੇ ਵਿੱਚ ਧੁੱਤ ਇੱਕ ਔਰਤ ਦਾ ਸੜਕ ਤੇ ਠੋਕਰਾਂ ਖਾਣ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਸ਼ਹਿਰ ਦੀ ਸ਼ੇਖਾਂਵਾਲੀ ਬਸਤੀ ਦੇ ਨੇੜੇ ਦੀ ਦੱਸੀ ਜਾ ਰਹੀ ਹੈ, ਜਦਕਿ ਪੁਲਿਸ ਲਗਾਤਾਰ ਇਲਾਕੇ ਵਿੱਚ ਨਸ਼ਾ ਨਾ ਵਿਕਣ ਦਾ ਦਾਅਵਾ ਕਰ ਰਹੀ ਹੈ, ਪਰ ਸੱਚਾਈ ਤੁਹਾਡੇ ਸਭ ਦੇ ਸਾਹਮਣੇ ਹੈ। ਇਸੇ ਤਰ੍ਹਾਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਹਲਕਾ ਖੇਮਕਰਨ ਦੇ ਵਿੱਚ 2 ਨੌਜਵਾਨਾਂ ਦੀ ਮੌਤ ਹੋਈ ਹੈ। ਇੱਕ ਬਲਦੇਵ ਸਿੰਘ 43 ਸਾਲ ਤੇ ਨਿਸ਼ਾਨ ਸਿੰਘ 40 ਸਾਲ ਅਧਖੜ ਉਮਰ ਦੇ ਇਹਨਾਂ ਨੂੰ ਕਿਹਾ ਜਾ ਸਕਦਾ ਹੈ। ਇਹਨਾਂ ਨੂੰ ਇਲਾਜ ਦੇ ਲਈ ਵਲਟੋਆ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।
ਮਰਨ ਵਾਲਾ ਬਲਦੇਵ ਸਿੰਘ ਪਿੰਡ ਚੱਕਵਾਲੀਆ ਦੇ ਕਾਂਗਰਸੀ ਸਰਪੰਚ ਗੁਰਸਾਹਿਬ ਸਿੰਘ ਦਾ ਸਕਾ ਭਰਾ ਸੀ ਤੇ ਦੂਜਾ ਨਿਸ਼ਾਨ ਸਿੰਘ ਵਲਟੋਆ ਪਿੰਡ ਦਾ ਰਹਿਣ ਵਾਲਾ ਸੀ। ਉਸਦੇ ਪਿਤਾ ਤੇ ਭਰਾ ਦੀ ਵੀ ਨਸ਼ੇ ਕਰਕੇ ਹੀ ਮੌਤ ਹੋ ਚੁੱਕੀ ਹੈ ਤੇ ਉਹਦੇ ਪਰਿਵਾਰ ਦੇ ਵਿੱਚ ਪਤਨੀ ਤੇ 2 ਲੜਕੀਆਂ ਸਨ। ਪੰਜਾਬ ਡਰੱਗ ਐਸੋਸੀਏਸ਼ਨ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਨੌਜਵਾਨ ਦੀ ਮੌਤ ਲਈ ਉਹ ਪੁਲਿਸ ਥਾਣਾ ਬਲਟੋਆ ਨੂੰ ਜ਼ਿੰਮੇਦਾਰ ਮੰਨਦੇ ਨੇ, ਕਿਉਂਕਿ ਪੁਲਿਸ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਤੇ ਪਿੰਡ ਦੇ ਲੋਕਾਂ ਨੇ ਵੀ ਇਹੀ ਇਲਜ਼ਾਮ ਲਾਇਆ ਹੈ ਤੇ ਨਾਲ ਹੀ ਪਿੰਡ ਵਾਸੀਆਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ 10 ਦਿਨਾਂ ਦੇ ਵਿੱਚ ਸਰਕਾਰ ਨੇ ਇਹਨਾਂ ਪਰਿਵਾਰਾਂ ਨੂੰ ਇਨਸਾਫ ਨਾ ਦਿਵਾਇਆ ਤਾਂ ਵੱਡੇ ਪੱਧਰ ਤੇ ਸੰਘਰਸ਼ ਕਰਨਗੇ। ਅੰਮ੍ਰਿਤਸਰ ਦੇ ਵਿੱਚ ਐਤਵਾਰ ਦੇਰ ਰਾਤ ਪੈਟਰੋਲ ਪੰਪ ਨੂੰ ਲੁੱਟਣ ਲਈ ਬੰਦੂਕ ਦੀ ਨੋਕ ਤੇ ਪਹੁੰਚੇ 2 ਲੁਟੇਰਿਆਂ ਚੋਂ ਇੱਕ ਨੂੰ ਪੰਪ ਦੇ ਗਾਰਡ ਨੇ ਗੋਲੀ ਮਾਰ ਦਿੱਤੀ। ਲੁਟੇਰੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਦੂਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇਸ ਮੀਟਿੰਗ ਦੇ ਵਿੱਚ ਡਾਕਟਰਾਂ ਨੇ ਹੀ ਆਪਣਾ ਜਲੂਸ ਕੱਢਿਆ ਹੈ। ਲੱਤਾਂ ਤੇ ਘਸੁੰਨ ਚੱਲੇ ਨੇ। ਮੰਚ ਤੇ ਡਾਕਟਰਾਂ ਦੀ ਵੀਡੀਓ ਵਾਇਰਲ ਹੋਈ ਹੈ। ਡਾਕਟਰਾਂ ਦੇ ਵਿੱਚ ਆਪਸ ਦੇ ਵਿੱਚ ਹੀ ਜ਼ਬਰਦਸਤ ਲੜਾਈ ਹੋਈ ਹੈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਆਈਐਮਏ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਰਿੰਦਰ ਪਾਂਡੇ ਨੇ ਸਵਾਗਤੀ ਭਾਸ਼ਣ ਦੇਣਾ ਸ਼ੁਰੂ ਕੀਤਾ, ਪਰ ਭਾਸ਼ਣ ਦੇ ਵਿੱਚ ਡਾਕਟਰ ਪਾਂਡੇ ਨੇ ਕੁਝ ਡਾਕਟਰਾਂ ਤੇ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਵਿਵਾਦ ਇੰਨਾ ਵੱਧ ਗਿਆ ਕਿ ਡਾਕਟਰ ਆਪਸ ਦੇ ਵਿੱਚ ਲੱਤਾਂ ਘਸੁੰਨ ਚਲਾਉਂਦੇ ਦੇਖੇ ਗਏ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਖੰਨਾ ਦੇ ਇੱਕ ਪਿੰਡ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਪੁਲਿਸ ਮੁਲਾਜ਼ਮ ਨੂੰ ਇੰਨਾ ਕੁ ਕੁੱਟਿਆ ਗਿਆ ਕਿ ਹਸਪਤਾਲ ਲਿਜਾਣ ਤੇ ਉਸਦੀ ਮੌਤ ਹੋ ਗਈ। ਜਿਹੜੇ ਪਿੰਡ ਵਿੱਚ ਪੁਲਿਸ ਮੁਲਾਜ਼ਮ ਰਹਿੰਦਾ ਸੀ, ਉਸੇ ਪਿੰਡ ਦੇ 3 ਲੋਕਾਂ ਨੇ ਕਾਰ ਦੇ ਵਿੱਚ ਵਾਪਸ ਆਉਂਦੇ ਸਮੇਂ ਉਸ ਤੇ ਹਮਲਾ ਕਰ ਦਿੱਤਾ ਸੀ ਤੇ ਘਟਨਾ ਦਾ ਜਿਹੜਾ ਝਗੜੇ ਦਾ ਕਾਰਨ ਹੈ ਉਹ ਕੁੱਤੇ ਦੱਸਿਆ ਜਾ ਰਿਹਾ ਸੀ ਕਿ ਹਮਲੇ ਕਰਨ ਵਾਲਿਆਂ ਨੇ ਪਾਲਤੂ ਕੁੱਤੇ ਪਾਲ ਰੱਖੇ ਸਨ। ਕੁੱਤਿਆਂ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਿੱਚ ਬਹਿਸ ਹੋਈ ਸੀ ਤੇ ਉਹਨਾਂ ਨੇ ਪੁਲਿਸ ਮੁਲਾਜ਼ਮ ਨੂੰ ਮਾਰ ਹੀ ਦਿੱਤਾ। ਮੁਲਜ਼ਮਾਂ ਖਿਲਾਫ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਤੇ 302 ਵੀ ਲਾ ਦਿੱਤੀ ਗਈ ਹੈ। ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਵੀ ਲੁੱਟਾਂ ਖੋਹਾਂ ਵਾਲੇ ਗਿਰੋਹ ਕਾਫੀ ਸਰਗਰਮ ਹੋਏ ਪਏ ਨੇ। ਸਥਾਨਕ ਮਾਡਲ ਟਾਊਨ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਤੋਂ ਆਪਣੇ ਮੰਗੇਤਰ ਦੇ ਨਾਲ ਦਵਾਈ ਲੈਣ ਪਹੁੰਚੀ ਵਿਦੇਸ਼ੀ ਔਰਤ ਦਾ ਮੋਟਰਸਾਈਕਲ ਸਵਾਰ ਲੁਟੇਰੇ ਪਰਸ ਖੋਹ ਕੇ ਫਰਾਰ ਹੋ ਗਏ। ਵਿਦੇਸ਼ੀ ਦੇ ਬੈਗ ਵਿੱਚ ਕੁਝ ਪੈਸਿਆਂ ਤੋਂ ਇਲਾਵਾ ਹੋਰ ਜ਼ਰੂਰੀ ਵਿਦੇਸ਼ੀ ਕਾਗਜ਼ਾਤ ਵੀ ਸਨ। ਪੀੜਤ ਔਰਤ ਦੇ ਮੰਗੇਤਰ ਨੇ ਸਾਰੀ ਘਟਨਾ ਦੀ ਜਾਣਕਾਰੀ ਸੁਲਤਾਨਪੁਰ ਲੋਧੀ ਪੁਲਿਸ ਨੂੰ ਦਿੱਤੀ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸ਼ਕਰੀ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਨੂੰ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪਿੰਡ ਵਾਲਿਆਂ ਨੇ ਇਸ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।